ਸਤਨਾਮ ਵਾਹਿਗੁਰੂ ਸਾਹਿਬ ਜੀਓ। ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸ਼ੁਭੰ ਭਉ ਸ਼ੁਭੰ ਸਰਬਦਾ ਸਰਬ ਜੁਗਤੇ। ਦੁਕਾਲੰ ਪਰਨਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਪੇਪੂਤੇ। ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸ਼ੁਭੰ ਭਉ ਸ਼ੁਭੰ ਸਰਬਦਾ ਸਰਬ ਜੁਗਤੇ। ਦੁਕਾਲੰ ਪਰਨਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਅੰਤਰਜਾਮੀ ਲੋਕ ਪਰਲੋਕ ਦੇ ਰੱਖਿਅਕ ਗਿਆਨ ਸਵਰੂਪ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਅੰਦਰ ਜੁੜ ਬੈਠ ਕੇ ਆਪ ਜੀ ਜੀਵਨ ਦਾ ਲਾਹਾ ਆਨੰਦ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਜਾਪ ਸਾਹਿਬ ਦੀ ਬਾਣੀ ਜੋ ਕਿ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਉਚਾਰਨ ਕੀਤੀ ਹੈ, ਨਿਤਨੇਮ ਵਿੱਚ ਦੂਸਰੀ ਬਾਣੀ ਹੈ, ਦਸਮ ਗ੍ਰੰਥ ਅੰਦਰ ਸੁਭਾਇਮਾਨ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਦੀ ਕਿਰਪਾ ਦੁਆਰਾ ਇਸ ਬਾਣੀ ਦਾ ਅੱਜ ਅਖੀਰਲਾ ਅੰਕ 199 ਨੰਬਰ ਸ਼ੰਤ ਵਿਚਾਰਨ ਦਾ ਯਤਨ ਕਰਾਂਗੇ। ਸਤਿਗੁਰੂ ਨੇ ਇਸ ਬਚਨ ਵਿੱਚ ਬੜੇ ਮਹਾਨ ਅਲੌਕਿਕ ਬਚਨ ਕੀਤੇ ਹਨ। ਚਤਰ ਚੱਕਰ ਵਰਤੀ, ਚਤਰ ਦਾ ਅਰਥ ਹੈ ਚਾਰ, ਚੱਕਰ ਦਾ ਅਰਥ ਹੈ ਘੇਰਾ, ਵਰਤੀ ਦਾ ਅਰਥ ਹੈ ਜਦੋਂ ਕੋਈ ਚੀਜ਼ ਚੱਲਦੀ ਵਰਤਦੀ ਹੈ। ਚਤਰ ਚੱਕਰ ਭੁਗਤੇ, ਇੱਥੇ ਹਜ਼ੂਰ ਨੇ ਬਚਨ ਕੀਤੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਨੇ ਇਸ ਜਗਤ ਦੀ ਰਚਨਾ ਕਰਕੇ ਹਰ ਇੱਕ ਜੀਵ ਨੂੰ ਇੱਕ ਚੱਕਰ ਦੇ ਵਿੱਚ ਰੱਖਿਆ ਹੈ। ਚਤਰ ਚੱਕਰ ਵਰਤੀ, ਚੱਕਰ ਦਾ ਮਤਲਬ ਹੈ ਗੋਲ ਚੀਜ਼ ਜਿਹੜੀ ਘੁੰਮਦੀ ਹੈ ਤਾਂ ਜਿੱਥੋਂ ਸ਼ੁਰੂ ਹੁੰਦੀ ਉੱਥੇ ਆ ਜਾਂਦੀ, ਜਿੱਥੋਂ ਆਰੰਭ ਹੁੰਦੀ ਉਹਦੇ ਤੋਂ ਬਾਹਰ ਨਹੀਂ ਜਾ ਸਕਦੀ, ਉਹ ਤੁਰਦੀ ਭਾਵੇਂ ਰਵੇ। ਜਿਵੇਂ ਚੱਕਰ ਜਿੱਥੋਂ ਸ਼ੁਰੂ ਕਰੀਏ ਉਹਨੂੰ ਘੁਮਾਈਏ ਤਾਂ ਉੱਥੇ ਹੀ ਆ ਸਕਦਾ, ਉਹ ਆਪਣੀ ਥਾਂ ਨਹੀਂ ਬਦਲ ਸਕਦਾ। ਇਸ ਤਰ੍ਹਾਂ ਇਸ ਸੰਸਾਰ ਨੂੰ ਬਣਾਇਆ ਕਹਿੰਦੇ ਕਾਲ ਦੇ ਚੱਕਰ ਦੇ ਵਿੱਚ ਪਾਇਆ ਹੈ, ਸਮੇਂ ਦੇ ਚੱਕਰ ਵਿੱਚ, ਟਾਈਮ। ਇਸੇ ਕਰਕੇ ਸ਼ਾਇਦ ਜਦੋਂ ਇੱਥੇ ਘੜੀ ਦੀ ਖੋਜ ਹੋਈ ਇਸ ਧਰਤੀ 'ਤੇ, ਤੁਸੀਂ ਅੱਜ ਵੀ ਵੇਖਦੇ ਹੋ, ਭਾਵੇਂ ਜਿਹੜੇ ਕਲੌਕ ਨੇ, ਟਾਈਮ ਪੀਸ ਨੇ, ਭਾਵੇਂ ਉਹ ਚੌਰਸ ਬਣਾਓ, ਜੋ ਮਰਜ਼ੀ ਉਹਦਾ ਨਕਸ਼ਾ ਬਣਾ ਲਓ, ਪਰ ਜਿਹੜੀ ਸੂਈ ਘੁੰਮਦੀ ਉਹ ਗੋਲ ਘੁੰਮਦੀ ਹੈ। ਕਾਲ ਦਾ ਚੱਕਰ ਜਿਹੜਾ ਗੋਲ ਹੈ, ਔਰ ਜਿਵੇਂ ਇੱਕ ਸੂਈ 12 ਤੋਂ ਚੱਲਦੀ ਏ, 1 2 3 4 5 ਜਿੱਥੋਂ ਤੱਕ ਮਰਜ਼ੀ ਚਲੀ ਜਾਏ, ਪਰ ਘੁੰਮ ਕੇ ਆਏਗੀ ਫਿਰ 12 'ਤੇ, ਹੋਰ ਕਿਤੇ ਜਾ ਹੀ ਨਹੀਂ ਸਕਦੀ।
ਇਹ 12 ਦੀ ਗਿਣਤੀ ਤੱਕ ਗਿਣਿਆ ਗਿਆ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਹਰ ਇੱਕ ਚੀਜ਼ ਨੂੰ ਇੱਕ ਚੱਕਰ ਵਿੱਚ ਪਰੋਇਆ ਹੋਇਆ ਹੈ। ਉਹਦੇ ਵਿੱਚ ਆਦਮੀ ਚੱਲ ਰਿਹਾ ਹੈ। ਕਾਲ ਦਾ ਚੱਕਰ ਜਿਸ ਨੂੰ ਕਹਿੰਦੇ ਨੇ, ਸਮੇਂ ਦਾ ਚੱਕਰ, ਸਵਾਸ ਘੁੰਮੀ ਜਾ ਰਿਹਾ। ਵੈਸੇ ਯੋਗੀ ਲੋਕਾਂ ਨੇ ਸਰੀਰ ਵਿੱਚ ਵੀ 6 ਚੱਕਰ ਮੰਨੇ ਨੇ। 6 ਚੱਕਰ ਗੁਰੂ ਸਾਹਿਬ ਨੇ ਮਨੁੱਖੀ ਸਰੀਰ ਦੇ ਵਿੱਚ 2 ਚੱਕਰ ਮੰਨੇ ਨੇ। ਖਿਆਲ ਕਰਨਾ, ਯੋਗੀਆਂ ਦੇ 6 ਚੱਕਰ ਨੇ। ਮਸਤਕ ਤੋਂ ਲੈ ਕੇ, ਇੱਕ ਮਸਤਕ ਵਿੱਚ ਹੈ, ਇੱਕ ਗਲੇ ਵਿੱਚ ਹੈ, ਇੱਕ ਹਿਰਦੇ ਵਿੱਚ ਹੈ, ਇੱਕ ਨਾਭੀ ਵਿੱਚ। ਇਸ ਤਰ੍ਹਾਂ ਸਾਰੇ 6 ਬਣਦੇ। ਇਹ ਸਰੀਰ ਦੇ ਵਿੱਚ ਹਨ, ਕੋਈ ਸ਼ੱਕ ਨਹੀਂ। ਔਰ ਕਬੀਰ ਜੀ ਨੇ ਬਚਨ ਕਿਹਾ, ਖਟ ਨੇਮ ਕਰ ਕੋਠੜੀ ਬਾਂਧੀ। ਖਟ ਨੇਮ ਦਾ ਇੱਥੇ ਅਰਥ ਹੈ, ਉਹਨਾਂ ਨੇ ਇਹਨੂੰ ਨੇਮ ਨਿਯਮ ਕਹਿ ਦਿੱਤਾ। ਸ਼ਬਦਾਂ ਦਾ ਫਰਕ ਹੈ। ਯੋਗੀਆਂ ਨੇ ਇਹਨੂੰ 6 ਚੱਕਰ ਕਿਹਾ ਹੈ। ਕਬੀਰ ਸਾਹਿਬ ਨੇ ਕਿਹਾ 6 ਨਿਯਮ, 6 ਤਰ੍ਹਾਂ ਦਾ ਪ੍ਰਬੰਧ ਕੀਤਾ ਹੈ ਸਰੀਰ ਨੂੰ ਚਲਾਉਣ ਲਈ। ਹਰ ਇੱਕ ਚੱਕਰ ਦਾ ਆਪਣਾ ਸੁਭਾਅ ਹੈ। ਮਨੁੱਖ ਕਿਹੜੇ ਚੱਕਰ ਵਿੱਚ ਜਿਉਂਦਾ ਹੈ? ਆਮ ਤੌਰ 'ਤੇ ਮਨੁੱਖ ਵਾਸ਼ਨਾ ਦੇ ਚੱਕਰ ਵਿੱਚ ਜਿਉਂਦਾ ਹੈ। ਉੱਪਰ ਉੱਠਦੇ ਨਹੀਂ ਨਾਭੀ ਵੱਲ, ਹਿਰਦੇ ਵੱਲ। ਤਾਂ ਇਹ 6 ਨਿਯਮ ਕਹੇ ਬਾਣੀ ਨੇ ਵੀ 6 ਨਿਯਮ ਨੇ, ਉਹਨਾਂ ਨੇ ਚੱਕਰ ਕਹਿ ਦਿੱਤੇ। ਪਰ ਇਹ ਬਾਕੀ ਚੱਕਰ ਜਿਹੜੇ ਨੇ ਸਰੀਰ ਵਿੱਚ ਗਤੀ ਕਰਦੇ ਰਹਿੰਦੇ ਨੇ, ਘੁੰਮਦੇ ਰਹਿੰਦੇ ਨੇ। ਜਦੋਂ ਮਨੁੱਖ ਦੀ ਸੋਚ ਬਦਲਦੀ ਹੈ, ਜਾਂ ਕ੍ਰੋਧ ਜ਼ਿਆਦਾ ਹੋ ਜਾਏ, ਜਾਂ ਕੋਈ ਇਸ ਨੂੰ ਸ਼ੌਟ ਲੱਗੇ, ਇੱਕਦਮ ਚੱਕਰਾਂ ਦੀ ਸਪੀਡ ਵਿੱਚ ਫਰਕ ਪੈਂਦਾ ਹੈ। ਜਿਹੜੇ ਸਰੀਰ ਵਿੱਚ ਸੂਖਸ਼ਮ ਚੱਲ ਰਹੇ ਨੇ, ਮਾਸ ਦੇ ਨਹੀਂ। ਕਿਤੇ ਆਪ ਜੀ ਟੈਸਟ ਕਰਾਉਣ ਚਲੇ ਜਾਓ ਵੀ ਹੈ ਕਿ ਨਹੀਂ ਵਿੱਚ, ਉਹ ਇਸ ਐਕਸਰੇ ਵਿੱਚ ਨਹੀਂ ਆਏਗਾ। ਉਹ ਜਿਹੜੇ ਚੱਕਰ ਯੋਗੀਆਂ ਨੇ ਕਹੇ, ਉਹ ਐਨਰਜੀ ਦੇ ਬਣੇ ਹੋਏ ਨੇ, ਸ਼ਕਤੀ ਦੇ ਬਣੇ ਹੋਏ ਨੇ। ਸ਼ਿਵ ਸ਼ਕਤ ਆਪ ਉਪਾਏ ਕੈ ਕਰਤਾ, ਆਪੇ ਹੁਕਮ ਵਰਤਾਏ। ਉਹ ਸ਼ਕਤੀ ਹੈ ਅੰਦਰ, ਇੱਕ ਤਾਕਤ ਹੈ। ਜਿਉਂ ਹੀ ਮਨੁੱਖ ਕ੍ਰੋਧਿਤ ਹੁੰਦਾ ਹੈ, ਉਹਦੇ ਇਹਨਾਂ ਚੱਕਰਾਂ ਦੀ ਚੱਲ ਰਹੀ ਸਪੀਡ ਦਾ ਸੰਤੁਲਨ ਗਵਾਚਦਾ ਹੈ। ਜਾਂ ਜਿਉਂ ਹੀ ਉਹ ਬਹੁਤਾ ਲੋਭੀ ਹੋ ਜਾਏ, ਜਿਉਂ ਹੀ ਬਹੁਤੀ ਵਾਸ਼ਨਾ ਵਿੱਚ ਡਿੱਗਦਾ ਹੈ, ਜਾਂ ਬਹੁਤੀ ਈਰਖਾ ਵਿੱਚ ਡਿੱਗਦਾ ਹੈ, ਜਿਉਂ ਹੀ ਉਹਦਾ ਸੁਭਾਅ ਇੱਧਰ ਜਾਂਦਾ ਹੈ, ਤਾਂ ਚੱਕਰਾਂ ਦੀ ਜਿਹੜੀ ਸਪੀਡ ਹੈ, ਉਹਨਾਂ ਦਾ ਸੰਤੁਲਨ ਗਵਾਚ ਜਾਂਦਾ ਹੈ। ਜਿਵੇਂ ਗੱਡੀ ਜਾ ਰਹੀ ਸਾਹਮਣੇ, ਚਾਰੇ ਟਾਇਰ ਇੱਕ ਬੈਲੈਂਸ ਵਿੱਚ ਘੁੰਮ ਰਹੇ ਨੇ। ਜੇ ਕਿਤੇ ਥੋੜ੍ਹਾ ਜਿਹਾ ਝਟਕਾ ਲੱਗ ਜਾਏ, ਉਹਨਾਂ ਦਾ ਬੈਲੈਂਸ ਗਵਾਚ ਜਾਏ, ਕੋਈ ਟੋਇਆ ਆ ਗਿਆ, ਕੋਈ ਇੱਧਰ ਉੱਧਰ ਕੱਟ ਮਾਰ ਦਿੱਤਾ, ਤਾਂ ਉਹਦੇ ਪਾਸ ਪੈਣ ਦੀ, ਉਲਟ ਜਾਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਇਹਨਾਂ ਸਰੀਰ ਦੇ ਜਿਹੜੇ ਨਿਯਮ ਕਹੀਏ, ਤਾਂ ਜਦੋਂ ਅਸੀਂ ਗਲਤ ਸੋਚਦੇ ਹਾਂ ਜਾਂ ਗਲਤ ਵਾਪਰਦਾ ਕੁਝ, ਉਹਦੇ ਨਾਲ ਇਹ ਨਿਯਮ ਹਿੱਲ ਜਾਂਦੇ ਨੇ ਅੰਦਰਲੇ। ਜਦੋਂ ਇਹ ਹਿੱਲਦੇ ਨੇ, ਫਿਰ ਗੁਰੂ ਸਾਹਿਬ ਨੇ ਕਿਹਾ ਪੰਚ ਤੱਤ ਕਰ। ਇਹ 5 ਤੱਤਾਂ ਦਾ ਪੁਤਲਾ ਜਿਹੜਾ, ਫਿਰ ਉਹ ਤੱਤਾਂ ਵਿੱਚ ਹੇਰ ਫੇਰ ਹੋ ਜਾਂਦਾ। ਨਾਲ ਹੀ ਉਹ ਵੀ ਡਿਸਟਰਬ ਹੋ ਜਾਂਦੇ, ਉਹ ਵੀ ਘੱਟ ਵੱਧ ਜਾਂਦੇ। ਫਿਰ ਇਹਨਾਂ 5 ਦੀਆਂ ਅੱਗੇ 25 ਪ੍ਰਕਿਰਤੀਆਂ ਨੇ, ਇਹਨਾਂ ਨਾਲ 5 ਜੁੜੇ ਹੋਏ ਨੇ। ਫਿਰ ਇਹਦੇ ਵਿੱਚ 5 ਗਿਆਨ ਇੰਦਰੇ ਨੇ, ਅਤੇ 5 ਇਹਨਾਂ ਦੇ ਅਗਨੀ ਤੱਤ ਜਿਹੜਾ ਪਾਣੀ ਹੈ, ਹਵਾ ਹੈ, ਆਕਾਸ਼, ਪ੍ਰਿਥਵੀ। ਇਹ ਸਾਰੀਆਂ ਚੀਜ਼ਾਂ ਫਿਰ ਡਿਸਟਰਬ ਹੋ ਜਾਂਦੀਆਂ ਸਰੀਰ ਵਿੱਚ। ਤਾਂ ਉਹਦੇ ਨਾਲ ਫਿਰ ਜਿਹੜੇ 3 ਪ੍ਰਕਾਰ ਦੇ ਰੋਗ ਨੇ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਆਦ, ਵਿਆਧ ਅਤੇ ਉਪਾਦ, ਇਹ ਤਿੰਨੇ ਪੈਦਾ ਹੋ ਜਾਂਦੇ ਸਰੀਰ ਵਿੱਚ, ਵੱਧ ਜਾਂਦੇ ਨੇ। ਇਹ ਸਾਰਾ ਕੁਝ ਕਿੱਥੋਂ ਹੋਇਆ? ਸਾਰਾ ਕੁਝ ਤਾਂ ਹੋਇਆ ਕਿਉਂਕਿ ਮਨ ਦੀ ਸਥਿਤੀ ਖਰਾਬ ਹੋ ਗਈ। ਮਨ ਦੀ ਸਥਿਤੀ ਖਰਾਬ ਤਾਂ ਹੋਈ, ਗੁਰੂ ਕਾ ਸ਼ਬਦ ਨਹੀਂ ਸੀ ਵਿੱਚ, ਨਾਮ ਤੋਂ ਟੁੱਟਿਆ ਹੋਇਆ ਸੀ, ਸਹਿਣਸ਼ੀਲਤਾ ਨਹੀਂ ਸੀ, ਉਹਦੇ ਨਾਲ ਇਹ ਸਾਰਾ ਵਾਪਰ ਗਿਆ।
ਫਿਰ ਉਹਨੂੰ ਭਾਵੇਂ ਤੁਸੀਂ ਕੋਈ ਕਹੋ ਵੀ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਜਾਂ ਸ਼ੂਗਰ ਹੋ ਗਈ, ਕੁਝ ਵੀ ਕਹਿ ਸਕਦੇ ਹੋ। ਉਹ ਤਾਂ ਹੁੰਦਾ ਹੈ ਕਿ ਇਹਦਾ ਸਿਸਟਮ ਨਿਯਮ, ਜਿਹਨੂੰ ਖੱਟ ਨੇਮ ਕਰ ਕੋਠੜੀ ਬਾਂਧੀ ਕਬੀਰ ਜੀ ਨੇ ਕਿਹਾ। ਤਾਂ ਯੋਗੀਆਂ ਨੇ ਕਿਹਾ ਵੀ ਚੱਕਰਾਂ ਨੂੰ ਸ਼ੁੱਧ ਕਰੋ, ਹਜ਼ੂਰ ਨੇ ਕਿਹਾ ਨਹੀਂ, ਜਿਹੜੀ ਚੀਜ਼ ਇਹਨਾਂ ਚੱਕਰਾਂ ਦੇ ਉੱਤੇ ਵੱਡਾ ਚੱਕਰ ਹੈ, ਮੈਂ ਸ਼ੁਰੂ ਵਿੱਚ ਕਿਹਾ ਸੀ ਗੁਰਬਾਣੀ ਨੇ ਮਨੁੱਖੀ ਸਰੀਰ ਵਿੱਚ 2 ਚੱਕਰ ਵਿਸ਼ੇਸ਼ ਮੰਨੇ ਨੇ, ਉਹਦੇ ਨਾਲ ਸਾਰਾ ਕੁਝ ਚੱਲਦਾ ਹੈ। ਜੇ ਉਹਨਾਂ ਦੋਵਾਂ ਨੂੰ ਬੰਦਾ ਸਮਝ ਜਾਏ ਤਾਂ ਫਿਰ ਕੋਈ ਵੀ ਚੱਕਰ ਉਹਨੂੰ ਆਪਣੇ ਚੱਕਰਾਂ ਵਿੱਚ ਨਹੀਂ ਪਾ ਸਕਦਾ। ਸਿੱਖ ਨੂੰ ਇਹਨਾਂ ਚੱਕਰਾਂ ਨੂੰ ਵਿੰਨਣ ਦੀ ਲੋੜ ਨਹੀਂ ਪੈਂਦੀ, ਆਪੇ ਹੀ ਵਿੰਨਣ ਦਾ ਮਤਲਬ ਇਹ ਹੈ ਵੀ ਸਥਿਤੀ ਠੀਕ ਹੋ ਗਈ। ਤਾਂ ਉਹ 2 ਚੱਕਰ ਜਿਹੜੇ ਉਹ ਕਿਹੜੇ ਹਨ? ਵੈਸੇ ਤਾਂ ਕੋਈ ਅੰਤ ਨਹੀਂ ਇਹਨੂੰ, ਜਿੰਨਾ ਮਰਜ਼ੀ ਖਿਲਾਰ ਦਿਓ, ਪਰ ਸਮਝ ਨਹੀਂ ਆਉਂਦੀ ਇਸ ਤਰ੍ਹਾਂ। ਪਰ 2 ਵਿਸ਼ੇਸ਼ ਤੌਰ 'ਤੇ, ਇੱਕ ਦਾ ਨਾਮ ਲਿਆ ਭਾਈ ਗੁਰਦਾਸ ਜੀ ਨੇ। ਉਹ ਕਹਿੰਦੇ ਨੇ ਕਲਯੁਗ ਬਾਬੇ ਤਾਰਿਆ, ਸਤਿਨਾਮ ਦਾ ਚੱਕਰ ਫਿਰਾਇਆ। ਸੱਚੇ ਨਾਮ ਦਾ ਚੱਕਰ ਮਨੁੱਖ ਦੇ ਸਰੀਰ ਵਿੱਚ ਉਹ ਬੰਦ ਪਿਆ ਹੋਇਆ, ਬਾਕੀ ਤੇ ਚੱਲੀ ਸਾਰੇ ਅੰਦਰ ਬੰਦ ਹੈ। ਜਿਹਦੇ ਅੰਦਰ ਇਹ ਸੱਚੇ ਨਾਮ ਦਾ, ਅਕਾਲ ਪੁਰਖ ਦੇ ਨਾਮ ਦਾ ਚੱਕਰ ਚੱਲ ਪਿਆ, ਇਹ ਘੁੰਮਣ ਲੱਗ ਪਿਆ, ਚੱਕਰ ਗਤੀ ਕਰਨ ਲੱਗ ਪਿਆ, ਯਾਨੀ ਕਿ ਮਨੁੱਖ ਸਿਮਰਨ ਨਾਲ ਜੁੜ ਗਿਆ। ਉਹ ਜਿਹੜਾ ਚੱਕਰ ਹੈ ਸਤਿਨਾਮ ਦਾ ਚੱਕਰ ਫਿਰਾਇਆ, ਕਲਯੁਗ ਬਾਬੇ ਤਾਰਿਆ। ਇੱਥੇ ਕਲਯੁਗ ਦੇ ਅਰਥ ਨੇ, ਕਲਯੁਗ ਦੇ ਵਿੱਚ ਬਾਬੇ ਨੇ, ਗੁਰੂ ਨਾਨਕ ਸਾਹਿਬ ਨੇ ਜਿਹੜੇ ਜੀਵਾਂ ਨੂੰ ਤਾਰਿਆ, ਦੁੱਖਾਂ ਵਿੱਚੋਂ ਕੱਢਿਆ, ਉਹਨਾਂ ਨੂੰ ਕਾਹਦੇ ਨਾਲ ਤਾਰਿਆ? ਉਹਨਾਂ ਦੇ ਅੰਦਰ ਬੰਦ ਹੋਇਆ ਪਿਆ ਸਤਿਨਾਮ ਦਾ ਚੱਕਰ ਫਿਰਾਇਆ। ਇਹ ਫਿਰਾਇਆ ਸ਼ਬਦ ਦਾ ਬਹੁਤ ਡੂੰਘਾ ਭਾਵ ਹੈ, ਫੇਰਿਆ ਨਹੀਂ, ਫਿਰਾਇਆ। ਇਹਦਾ ਮਤਲਬ ਹੈ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਸਿਰ ਤੇ ਹੱਥ ਰੱਖਿਆ ਸਿੱਖਾਂ ਦੇ, ਤੇ ਉਹਨਾਂ ਨੂੰ ਕਿਹਾ ਵੀ ਨਾਮ ਜਪੋ, ਨਾਮ ਨਾਲ ਜੁੜ ਜਾਓ। ਉਹਨਾਂ ਨੇ ਜਦੋਂ ਨਾਮ ਜਪਿਆ, ਨਾਮ ਦੇ ਜਪ ਦੁਆਰਾ ਉਹਨਾਂ ਦੇ ਸਰੀਰ ਵਿੱਚ, ਉਹਨਾਂ ਦੇ ਜੀਵਨ ਵਿੱਚ ਬੰਦ ਪਿਆ ਹੋਇਆ ਸੱਚੇ ਨਾਮ ਦਾ ਚੱਕਰ ਚੱਲ ਪਿਆ, ਸਤਿਨਾਮ ਦਾ ਚੱਕਰ ਫਿਰਾਇਆ। ਜਦੋਂ ਇਹ ਸਤਿਨਾਮ ਦਾ ਚੱਕਰ ਫਿਰ ਪਿਆ, ਚੱਲਣ ਲੱਗ ਪਿਆ ਅੰਦਰ, ਜਦੋਂ ਇਹ ਪਹੀਆ ਘੁੰਮਣ ਲੱਗ ਪਿਆ, ਤੇ ਫਿਰ ਇਹਨੇ ਉਹ ਬਾਕੀ ਦੇ 6 ਚੱਕਰ, 5 ਤੱਤ, 25 ਪ੍ਰਕਿਰਤੀਆਂ, ਜੋ ਕੁਝ ਵੀ ਸਰੀਰ ਦੇ ਅੰਦਰ ਹੈ ਸੀ, ਸਾਰੇ ਨੂੰ ਕੰਟਰੋਲ ਕਰ ਲਿਆ। ਇਹਨੂੰ ਕਹਿੰਦੇ ਨੇ ਸਰਬ ਰੋਗ ਕਾ ਔਖਦ ਨਾਮ। ਇਸ ਤਰ੍ਹਾਂ ਹਟਦੇ ਨੇ, ਨਾਮ ਦੇ ਨਾਲ ਸਰੀਰ ਦੇ ਰੋਗ ਖਤਮ ਹੁੰਦੇ। ਇਹ ਤਰੀਕਾ ਗੁਰੂ ਸਾਹਿਬ ਨੇ ਤਾਂ ਕਿਹਾ, ਖੋਜ ਕੇ ਕਿਹਾ, ਵੈਸੇ ਨਹੀਂ। ਕਿਉਂਕਿ ਨਾਮ ਜਿਹੜਾ ਹੈ ਮਨੁੱਖ ਨੂੰ ਗਹਿਰੀ ਸ਼ਾਂਤੀ ਪ੍ਰਦਾਨ ਕਰਦਾ ਹੈ, ਗਹਿਰੀ ਸ਼ਾਂਤੀ। ਉਹ ਸ਼ਾਂਤੀ ਨਹੀਂ ਹੁੰਦੀ ਜਿਹੜੀ ਕਮਜ਼ੋਰੀ ਨਹੀਂ ਹੁੰਦੀ। ਕਈ ਵਾਰੀ ਆਪਾਂ ਸ਼ਾਂਤੀ ਦੀ, ਸਹਿਣਸ਼ੀਲਤਾ ਦੀ, ਕਿਸੇ ਦੇ ਸ਼ਬਦ ਬੁਰੇ ਭਲੇ ਸਹਿਣ ਦੀ ਗੱਲ ਕਰੀਏ ਨਾ, ਤੇ ਅਸੀਂ ਸਮਝ ਜਾਂਦੇ ਹਾਂ ਵੀ ਇਹ ਤੇ ਕਾਇਰਤਾ ਦੀ ਵਿਆਖਿਆ ਹੋ ਰਹੀ ਹੈ, ਵੀ ਡਰ ਕੇ ਰਹੋ, ਝੁਕੇ ਰਹੋ, ਡਰਪੋਕ ਬਣੋ, ਡਰ ਜਾਓ। ਉਹ ਸ਼ਾਂਤੀ ਨਹੀਂ ਹੁੰਦੀ, ਡਰਨਾ ਸ਼ਾਂਤੀ ਨਹੀਂ ਹੁੰਦੀ। ਸ਼ਾਂਤੀ ਅਸਲ ਵਿੱਚ ਉਹਨੂੰ ਕਹਿੰਦੇ ਨੇ, ਬੰਦੇ ਦੇ ਕੋਲ ਤਾਕਤ ਹੋਵੇ ਤੇ ਤਾਕਤ ਦੀ ਵਰਤੋਂ ਨਾ ਕਰੇ, ਉਹਨੂੰ ਕਹਿੰਦੇ ਸ਼ਾਂਤੀ। ਕਮਜ਼ੋਰੀ ਸ਼ਾਂਤੀ ਥੋੜ੍ਹੀ ਹੁੰਦੀ। ਮੰਜੇ ਤੋਂ ਉੱਠੇ ਹੀ ਨਹੀਂ ਜਾਂਦਾ, ਉਹ ਕਹੇ ਮੈਂ ਕਿਸੇ ਨੂੰ ਕਹਿੰਦਾ ਹੀ ਕੁਝ ਨਹੀਂ, ਬੋਲਣ ਜੋਗਾ ਹੀ ਨਹੀਂ ਰਿਹਾ, ਬੋਲਿਆ ਨਹੀਂ ਜਾਂਦਾ। ਉਹਨੇ ਕਹਿ ਦਿੱਤਾ ਜੀ ਮੌਨ ਧਾਰਨ ਕਰ ਲਿਆ, ਮੌਨ ਕੀ ਧਾਰਨ ਕਰਨਾ, ਬੋਲੇ ਹੀ ਨਹੀਂ ਜਾਂਦਾ। ਗੁਰੂ ਸਾਹਿਬ ਨੇ ਇਹਨੂੰ ਪ੍ਰਵਾਨ ਨਹੀਂ ਕੀਤਾ। ਉਹ ਕਹਿੰਦੇ ਨੇ ਭੁੱਖੇ ਰਹਿੰਦੇ ਹੋ ਤੁਸੀਂ, ਵਰਤ ਰੱਖਦੇ ਹੋ, ਜਦੋਂ ਸਰੀਰ ਵਿੱਚ ਤਾਕਤ ਹੀ ਨਹੀਂ, ਪਾਪ ਛੁੱਟ ਵੀ ਜਾਏ ਤੇ ਕੀ ਅਰਥ ਨੇ? ਇਹਦੇ ਕੋਈ ਅਰਥ ਨਹੀਂ ਹਨ। ਆ ਸਾਡੇ ਵਿੱਚ ਵੀ ਹੈ ਨੇ, ਕਹਿੰਦੇ ਦਾਲ ਉਬਾਲ ਕੇ ਖਾਓ ਤੁਸੀਂ, ਵਿਕਾਰ ਖਤਮ ਹੋ ਜਾਣਗੇ। ਤੇ ਫਿਰ ਜਿੱਦਣ ਤੜਕਾ ਲਾ ਕੇ ਖਾ ਲਈ, ਫਿਰ ਆ ਜਾਣਗੇ। ਆ ਗਏ ਨਾ ਫਿਰ ਉੱਥੇ। ਬੇਸ ਕੀ ਹੈ ਉਹਨਾਂ ਦਾ, ਕਿੱਥੋਂ ਪੈਦਾ ਹੁੰਦੇ ਨੇ? ਗੱਲ ਉੱਥੇ ਖੜੀ ਹੈ। ਸਰੀਰ ਨੂੰ ਕੁਝ ਹੱਦ ਤੱਕ ਅਸੀਂ ਪਰਹੇਜ਼ ਕਰ ਸਕਦੇ ਹਾਂ, ਖਿਆਲ ਰੱਖੋ ਵੀ ਇਹਨੂੰ ਖਾਣਾ ਠੀਕ ਮਿਲੇ, ਇਹਨੂੰ ਵੇਖਣਾ ਠੀਕ ਮਿਲੇ, ਇਹਨੂੰ ਸੁਣਨਾ, ਇਹ ਸਾਰਾ ਕੁਝ ਪ੍ਰਭਾਵ ਤੇ ਪਾਉਂਦਾ ਹੈ।
पर यह कहिए भी खाना पीना शुद्ध करके गुरु साहब ने कहा तू भावें अपने शरीर नूं ना रख के ना आरे दे थले 1-1 इंच इनू करके कट दे, इंच तो भी छोटा कर दे, तेरे अंदरों बीमारी नहीं हो जानी जिन्ना चिर तू नीयत दे उत्ते वार ना कीता, नीयत शुद्ध ना की। तुसीं सुखमणी साहब विच पढ़ोगे, निमख निमख कर शरीर कटावै तो भी हौमै मैल ना जावै। इत्थों नहीं जानी है, होर कितों जानी है, वो गल अंदर लुकी हुई है, अंदरों नहीं छुटेगी। इस तरह तो जिहड़ा अंदर जिन्हों गुरु साहब ने कहा भी ये सारिया चीज़ों नूं नाम तत्त सब ही सिर जापै। नाम का जिहड़ा तत्त है, जिहड़ा गुरु का शब्द है, वो सारिया ही धार्मिक साधनावां दे सिर ते है, उच्चा है, सारियां तो वड्डा है। सारिया साधनावां उहदे विच आ जांदियां ने जिहड़ा नाम जप लैंदा गुरु वाला बन के। ਉਹਦੇ ਜੀਵਨ ਦੇ ਵਿੱਚ ਇਹ ਸਾਰੀਆਂ ਸਾਧਨਾਵਾਂ ਨਾਮ ਤਤ ਸਭ ਹੀ ਸਿਰ ਜਾਪੈ, ਬਿਨ ਨਾਵੈ ਦੁਖ ਕਾਲ ਸੰਤਾਪੈ। ਕਾਲ ਦਾ ਅਰਥ ਹੈ ਟਾਈਮ, ਸਮਾਂ ਉਹਨੂੰ ਸਤਾਉਂਦਾ, ਉਹਨੂੰ ਖਤਮ ਕਰੀ ਜਾਂਦਾ, ਮਾਰੀ ਜਾਂਦਾ ਹੈ। ਤਾਂ ਇਹ ਜਿਹੜਾ ਇੱਕ ਚੱਕਰ ਮੈਂ ਕਹਿ ਰਿਹਾ ਸੀ, ਜਿਹਨੂੰ ਗੁਰੂ ਬਾਬਾ ਜੀ ਨੇ ਕਿਹਾ ਵੀ ਸਤਨਾਮ ਦਾ ਚੱਕਰ ਹੈ, ਉਹ ਫੇਰਿਆ ਬਾਬੇ ਨਾਨਕ ਨੇ। ਉਹ ਹੀ ਚੱਕਰ ਰੱਖਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਦੇ ਰੂਪ ਵਿੱਚ। ਤੇ ਜਦੋਂ ਸਿੱਖ ਆਪਣੇ ਗੁਰੂ ਕੋਲ ਆਉਂਦਾ ਹੈ, ਪਿਆਰ ਨਾਲ ਝੁਕਦਾ ਹੈ, ਬਾਣੀ ਸੁਣਦਾ, ਉਹਦੇ ਅੰਦਰ ਬੰਦ ਪਿਆ ਚੱਕਰ ਫਿਰ ਚੱਲਣ ਲੱਗ ਪੈਂਦਾ, ਗੁਰੂ ਚਲਾਉਂਦਾ ਹੈ। ਤੇ ਇੱਕ ਕੇਂਦਰ ਦੇ ਦਿੱਤਾ ਗੁਰੂ ਸਾਹਿਬ ਨੇ, ਉਹ ਕੇਂਦਰ ਸੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿਹਨੂੰ ਕਹਿੰਦੇ ਆ। ਦਰਬਾਰ ਸਾਹਿਬ ਦੇ ਅਰਥ ਸਿਰਫ ਅੰਮ੍ਰਿਤਸਰ ਹਰਿਮੰਦਰ ਸਾਹਿਬ ਹੈ, ਹੋਰ ਕੋਈ ਨਹੀਂ। ਕੋਈ ਆਦਮੀ ਬਚਨ ਵਾਸਤੇ ਭਾਵੇਂ ਬਾਅਦ ਵਿੱਚ ਸਪਸ਼ਟੀਕਰਨ ਦੇਈ ਜਾਏ ਵੀ ਮੈਂ ਤੇ ਦਰਬਾਰ ਸਾਹਿਬ ਸਾਰਿਆਂ ਗੁਰਦੁਆਰਿਆਂ ਨੂੰ ਕਹਿੰਦਾ ਸੀ, ਦਰਬਾਰ ਸਾਹਿਬ ਦਾ ਮੈਂ ਨਾਂ ਨਹੀਂ ਲਿਆ, ਮੈਂ ਨਹੀਂ ਨਿੰਦਿਆ ਕੀਤੀ, ਪਰ ਦਰਬਾਰ ਸਾਹਿਬ ਦੇ ਅਰਥ ਸਿਰਫ ਹਰਿਮੰਦਰ ਸਾਹਿਬ ਨੇ, ਹੋਰ ਕਿਸੇ ਗੁਰਦੁਆਰੇ ਨੂੰ ਦਰਬਾਰ ਸਾਹਿਬ ਨਹੀਂ ਕਹਿ ਸਕਦੇ। ਤਾਂ ਉਹ ਕੇਂਦਰ ਬਣਾ ਦਿੱਤਾ ਵੀ ਜਿਹਦਾ ਚੱਕਰ ਬਿਲਕੁਲ ਹੀ ਜੰਮ ਜਾਏ ਨਾ, ਸਿੱਖ ਦਾ ਜਿਹੜਾ ਸਤਨਾਮ ਵਾਲਾ ਚੱਕਰ ਬਾਬੇ ਨਾਨਕ ਨੇ ਫੇਰਿਆ, ਚੱਲੇ ਨਾ। ਵੈਸੇ ਤੇ ਗੁਰਸਿੱਖ ਨੂੰ ਚਾਹੀਦਾ ਹੈ ਵੀ ਉਹ ਇਸ ਥਾਂ ਤੇ ਜਾ ਕੇ ਜ਼ਿਆਦਾ ਤੋਂ ਜ਼ਿਆਦਾ ਆਪਣੇ ਚੱਕਰ ਨੂੰ ਰੀਨਿਊ ਕਰਾਉਂਦਾ ਰਹੇ, ਫਿਰ ਤੁਰਦਾ ਰਹੇ। ਇਹ ਥਾਂ ਐਸੀ ਹੈ। ਤਾਂ ਉਸ ਥਾਂ ਤੇ ਫਿਰ ਜਾ ਕੇ ਰੁਕਿਆ ਹੋਇਆ ਚੱਕਰ ਚੱਲਦਾ। ਥਾਵਾਂ ਦੀ ਵਿਸ਼ੇਸ਼ਤਾ ਹੈ। ਕੁਝ ਲੋਕ ਕਹਿੰਦੇ ਨੇ ਉਹੀ ਗੁਰਦੁਆਰਾ ਇੱਥੇ ਹੈ, ਉਹੀ ਗੁਰਦੁਆਰਾ ਅੰਮ੍ਰਿਤਸਰ ਹੈ। ਕਈ ਚੀਜ਼ਾਂ ਪ੍ਰਭਾਵ ਪਾਉਂਦੀਆਂ। ਥਾਂ ਵੀ ਤੇ ਹੈ ਨਾ, ਪ੍ਰਕਾਸ਼ ਤੇ ਤੁਸੀਂ ਆਪਣੇ ਘਰ ਵੀ ਕੀਤਾ, ਉੱਥੇ ਮਨ ਟਿਕਦਾ ਇਤਨਾ ਜਿਤਨਾ ਗੁਰੂ ਗੁਰਦੁਆਰੇ ਵਿੱਚ ਟਿਕਦਾ। ਫਰਕ ਹੈ ਨਾ ਥਾਂ ਦਾ। ਸ਼ਬਦ ਆਪਣੇ ਆਪ ਵਿੱਚ ਸੰਪੂਰਨ ਹੈ। ਗੁਰੂ ਗ੍ਰੰਥ ਸਾਹਿਬ ਜੀ ਪੂਰੇ ਗੁਰੂ ਨੇ ਜਿੱਥੇ ਵੀ ਪ੍ਰਕਾਸ਼ ਕਰੋਗੇ। ਪਰ ਇੱਕ ਗੱਲ ਯਾਦ ਰੱਖਣੀ, ਗੁਰੂ ਵੀ ਸਿੱਖਾਂ ਦੇ ਨਾਲ ਮਿਲ ਕੇ ਕੰਮ ਕਰਦਾ ਹੈ। ਸਿੱਖਾਂ ਦੇ ਨਾਲ ਕੋਈ ਲਾਈਟ ਜਗਦੀ ਹੈ ਤੇ ਥੱਲੇ ਲਿਖਣ ਵਾਲੇ ਬੈਠੇ ਹੋਣ, ਪੜ੍ਹਨ ਵਾਲੇ, ਤੇ ਲਾਈਟ ਨੂੰ ਵੀ ਪਤਾ ਹੁੰਦਾ ਮੇਰੇ ਥੱਲੇ ਕੋਈ ਪੜ੍ਹਨ ਵਾਲਾ, ਉੱਥੇ ਲਾਈਟ ਦੇ ਅਰਥ ਨਿਕਲਦੇ ਨੇ। ਤੇ ਜੇ ਲਾਈਟ ਵਿਚਾਰੀ ਬਲਬ ਸਾਰੀ ਰਾਤ ਆਪੇ ਜਗਦਾ ਰਹੇ ਇਕੱਲਾ, ਉਹਦੇ ਚਾਨਣ ਵਿੱਚ ਕੋਈ ਨਹੀਂ ਬੈਠਾ, ਤਾਂ ਥਾਵਾਂ ਦਾ ਅਸਰ ਹੈ। ਜੇ ਕਿਸੇ ਗੁਰਸਿੱਖ ਦਾ ਉਹ ਸਤਨਾਮ ਦਾ ਚੱਕਰ ਫਿਰਾਇਆ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ, ਬੰਦ ਹੋ ਜਾਏ, ਤਾਂ ਉਹ ਫਿਰ ਜਾਏ ਉੱਥੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ। ਉਹਦੇ ਬਾਰੇ ਭਾਈ ਵੀਰ ਸਿੰਘ ਨੇ ਕਿਹਾ, ਟੁੱਟੀ ਤਾਰ ਦੁਆਰ ਜੇ ਤੇਰੇ ਆਮਦਾ। ਜੇ ਕਿਸੇ ਦੇ ਮਨ ਰੂਪੀ ਚੱਕਰ, ਜਿਹੜਾ ਸਤਨਾਮ ਦਾ ਚੱਕਰ ਬੰਦ ਹੋ ਗਿਆ ਨਾ, ਸਿੱਖ ਨੂੰ ਨਹੀਂ ਲੋੜ 6 ਚੱਕਰ ਖੋਲ੍ਹਣ ਦੀ, ਉਹਦਾ ਇੱਕੋ ਹੀ ਬਹੁਤ ਹੈ, ਸਾਰਿਆਂ ਦਾ ਬਾਪ ਹੈ। ਸਤਨਾਮ ਦਾ ਚੱਕਰ ਫਿਰਾਇਆ, ਉਹ ਬੰਦ ਹੋ ਜਾਏ। ਜੇ ਕਿਸੇ ਸਿੱਖ ਨੂੰ ਇਹ ਸਮਝ ਆ ਜਾਏ ਵੀ ਮੈਂ ਸਤਨਾਮ ਦਾ ਚੱਕਰ ਚਲਾਉਣਾ ਹੈ ਸਰੀਰ ਵਿੱਚ, ਸਿੱਖੀ ਉਹ ਹੈ। ਅਸੀਂ ਤੇ ਰਾਹ ਵਿੱਚ ਹੀ ਰੁਕ ਗਏ, ਸਾਨੂੰ ਇਹਨਾਂ ਚੀਜ਼ਾਂ ਬਾਰੇ ਗਿਆਨ ਹੀ ਨਹੀਂ। ਟੁੱਟੀ ਤਾਰ ਦੁਆਰ ਜੇ ਤੇਰੇ ਆਮਦਾ। ਇੱਥੇ ਦੁਆਰਦਾਰ, ਇੱਥੇ ਦਰਬਾਰ ਸਾਹਿਬ, ਉੱਥੇ ਜਿਹੜਾ ਜਾਏ
ਜਿਹਦੀ ਤਾਰ ਟੁੱਟ ਜਾਏ, ਜਿਹਦੇ ਕਨੈਕਸ਼ਨ ਟੁੱਟ ਜਾਣ। ਟੁੱਟੀ ਤਾਰ ਦੁਆਰ ਜੇ ਤੇਰੇ ਆਮਦਾ, ਲਹਿਰ ਫਿਰੇ ਇੱਕ ਵਾਰ, ਉਹ ਲਹਿਰ ਉਹਦੇ ਵਿੱਚ ਫਿਰ ਚੱਲ ਪੈਂਦੀ। ਰੌਂ ਮੁੜ ਧਾਮਦਾ, ਰੌਂ ਦਾ ਅਰਥ ਹੈ ਚਾਲੂ ਹੋ ਜਾਣਾ। ਆਪਾਂ ਕਹਿੰਦੇ ਹਾਂ ਨਾ ਬੋਲਣ ਪੈ ਰਵਾਣੀ। ਰਵਾਲ ਇੱਕ ਛੰਦ ਦਾ ਵੀ ਨਾਂ ਹੈ ਜਾਪ ਸਾਹਿਬ ਦੇ ਅੰਦਰ, ਅਤੇ ਰਵਾਲ ਇੱਕ ਚਾਲ ਵੀ ਹੈ। ਜਿਹੜੇ ਘੋੜਿਆਂ ਦੀ ਚਾਲ ਕਢਾਉਂਦੇ ਉਹਨਾਂ ਨੂੰ ਪਤਾ ਹੈ। ਰੌਂ ਜਾਣਾ, ਆਪਾਂ ਕਹਿੰਦੇ ਹਾਂ ਗੱਡੀ ਰੌਂ ਹੋ ਗਈ, ਰਵਾਂ ਹੋ ਗਈ। ਜਿਹੜੀ ਚੀਜ਼ ਬੰਦ ਹੋਈ ਸੀ, ਜਿਹਦੀ ਰੌਂ ਰੁਕ ਗਈ ਸੀ, ਉਹ ਫਿਰ ਚੱਲ ਪੈਂਦੀ, ਉਹ ਚੱਕਰ ਫਿਰ ਚੱਲਦਾ। ਲਹਿਰ ਫਿਰੇ ਇੱਕ ਵਾਰ, ਰੌਂ ਮੁੜ ਧਾਮਦਾ। ਇਹਦੇ ਤੋਂ ਪਹਿਲਾਂ ਕਿਹਾ ਕਿ ਪੁੱਤ ਗਵਾਚਿਆਂ ਮਾਂ ਜਗ ਨਹੀਂ ਭਾਵਦਾ। ਜੇ ਕਿਸੇ ਸਿੱਖ ਦੇ ਅੰਦਰ ਉਹ ਨਾਮ ਦੀ ਤਾਰ ਟੁੱਟ ਜਾਏ ਤਾਂ ਉਹਦੀ ਹਾਲਤ ਇਹ ਬਣ ਜਾਂਦੀ ਜਿਵੇਂ ਕਿਸੇ ਮਾਂ ਦਾ ਪੁੱਤਰ ਗਵਾਚ ਜਾਏ, ਉਹਨੂੰ ਲੱਭੇ ਨਾ। ਪੁੱਤ ਗਵਾਚਿਆਂ ਮਾਂ ਜਗ ਨਹੀਂ ਭਾਵਦਾ। ਤੇ ਸੱਪ, ਉਹਦਾ ਵੀ ਉਦਾਹਰਨ ਦਿੱਤਾ, ਕਹਿੰਦੇ ਮਣੀ ਗਵਾਚਿਆਂ ਸੱਪ ਜਿਉਂ ਦੁੱਖ ਪਾਵਦਾ। ਇਸ ਤਰ੍ਹਾਂ ਗੁਰਸਿੱਖ ਦੇ ਅੰਦਰੋਂ ਜਦੋਂ ਤਾਰ ਟੁੱਟ ਜਾਏ ਤੇ ਉਹ ਇੰਨਾ ਦੁਖੀ ਹੁੰਦਾ। ਮਣੀ ਗਵਾਚਿਆਂ ਸੱਪ ਜਿਉਂ ਦੁੱਖ ਪਾਵਦਾ, ਪੁੱਤ ਗਵਾਚਿਆਂ ਮਾਂ ਜਗ ਨਹੀਂ ਭਾਵਦਾ। ਤੇ ਅੱਗੇ ਬਚਨ ਕੀਤਾ, ਕਹਿਣ ਲੱਗੇ ਹਰ ਰਸ ਦੀ ਜਦੋਂ ਆਵੇ ਤੋਟ ਫਕੀਰ ਨੂੰ। ਜਦੋਂ ਰੱਬ ਦੇ ਪਿਆਰ ਦੀ ਰਸ ਦੀ ਤਰੋਟ ਆ ਜਾਏ ਉਹਨੂੰ, ਤੋਟ ਦੇ ਅਰਥ ਨੇ ਟੁੱਟ ਜਾਣਾ। ਹਰ ਰਸ ਦੀ ਜਦੋਂ ਆਵੇ ਤੋਟ ਫਕੀਰ ਨੂੰ, ਕਹਿਣ ਲੱਗੇ ਚੌਵਾਂ ਪਾਸੇ ਉਹਦੇ ਗਰਦ ਉਹਨੂੰ ਚੜਿਆ ਹੋਇਆ ਜਾਪਦਾ ਹੈ, ਉਹ ਭਟਕ ਜਾਂਦਾ ਹੈ। ਫਿਰ ਜਦੋਂ ਆਉਂਦਾ ਟੁੱਟਾ ਹੋਇਆ ਤੇਰੇ ਦੁਆਰੇ ਤੇ, ਲਹਿਰ ਫਿਰੇ ਇੱਕ ਵਾਰ, ਰੌਂ ਮੁੜ ਧਾਮਦਾ। ਅਰਸ਼ ਉਤਰਿਆ ਆਣ, ਰਸੀਆਂ ਬਚਾਵਦਾ। ਇਹ ਇੱਕ ਐਸਾ ਕੇਂਦਰ ਗੁਰੂ ਸਾਹਿਬ ਨੇ ਸਾਨੂੰ ਦੇ ਦਿੱਤਾ ਵੀ ਜਿਹੜੇ ਰਸੀਆਂ ਦਾ ਰਸ ਟੁੱਟ ਜਾਏ, ਉਹਨਾਂ ਦਾ ਰਸ ਇਹ ਥਾਂ ਫਿਰ ਤੋੜ ਦਿੰਦਾ। ਮੈਂ ਗੱਲ ਕਰ ਰਿਹਾ ਸੀ ਸਤਨਾਮ ਦਾ ਚੱਕਰ ਫਿਰਾਇਆ, ਤੇ ਦੋ ਚੱਕਰ ਖਾਸ ਤੌਰ 'ਤੇ ਸਰੀਰ ਵਿੱਚ ਮੰਨੇ ਗਏ ਨੇ। ਉਹਨਾਂ ਵਿੱਚ ਇੱਕ ਹੈ ਸਤਨਾਮ ਦਾ ਚੱਕਰ ਸਾਡੇ ਸਰੀਰ ਦੇ ਅੰਦਰ, ਜਿਹੜਾ ਗੁਰੂ ਬਾਬੇ ਨੇ ਫੇਰਿਆ। ਤੇ ਇੱਕ ਚੱਕਰ ਹੈ ਜਿਹਨੂੰ ਭਾਵੇਂ ਕਾਲ ਦਾ ਚੱਕਰ ਕਹਿ ਲਓ ਤੇ ਭਾਵੇਂ ਮਾਇਆ ਦਾ ਚੱਕਰ ਕਹਿ ਲਓ। ਮਾਇਆ ਦਾ ਚੱਕਰ ਜਾਂ ਕਾਲ ਦਾ ਇੱਕੋ ਹੀ ਚੀਜ਼ ਹੈ। ਇਹ ਦੋ ਚੱਕਰ ਸਾਡੇ ਸਰੀਰ ਵਿੱਚ ਚੱਲ ਰਹੇ ਨੇ। ਤਾਂ ਮਾਇਆ ਦਾ ਚੱਕਰ ਜਿਹੜਾ ਹੈ, ਉਹਦੇ ਵਿੱਚ ਵੀ ਜੀਵ ਨੇ ਚੱਲਣਾ ਜਿੰਨਾ ਚਿਰ ਉਹ ਸਰੀਰ ਧਾਰੀ ਹੈ। ਪਰ ਜਿਹਨੂੰ ਇਹ ਸਿਰਫ ਜਾਚ ਆ ਜਾਏ ਵੀ ਮਾਇਆ ਦੇ ਚੱਕਰ ਵਿੱਚ ਕਿਵੇਂ ਵੜਨਾ ਹੈ, ਉਹਦੇ ਵਿੱਚ ਘੁੰਮਣ ਤੋਂ ਬਾਅਦ ਨਿਕਲਣਾ ਕਿਵੇਂ ਹੈ। ਨਹੀਂ ਤੇ ਜਿਹੜੇ ਗਏ ਬਸ ਗਏ ਨੇ, ਤੇ ਆਉਂਦਾ ਕੋਈ ਨਹੀਂ ਵਾਪਸ। ਮਾਇਆ ਦਾ ਚੱਕਰ ਕੀ ਹੈ? ਇਸ ਚੱਕਰ ਦੇ ਵਿੱਚ ਜਿਹੜੇ ਗਏ ਤਾਂ ਸਹੀ, ਪਰ ਵਾਪਸੀ ਵਾਲਾ ਰਾਹ ਉਹਨਾਂ ਨੂੰ ਨਹੀਂ ਆਉਂਦਾ। ਵੀ ਕਿੱਥੋਂ ਕੋਈ ਨਿਸ਼ਾਨੀ ਨਹੀਂ ਰੱਖ ਕੇ ਗਏ, ਨਿਕਲਣਾ ਕਿੱਥੋਂ ਹੈ ਪਿੱਛੇ। ਐਸੀ ਗੁਫਾ ਹੈ ਮਾਇਆ ਜਿਹੜੀ ਅੱਗੇ ਦੀ ਅੱਗੇ, ਅੱਗੇ ਦੀ ਅੱਗੇ, ਸਹਿਸ ਕਟੈ ਲੱਖ ਕੋ ਉਠ ਧਾਵੈ, ਤੋਟ ਨਾ ਆਵੈ ਮਾਇਆ ਪਾਛੈ ਪਾਵੈ। ਇਹ ਨਹੀਂ ਮੁੱਕਦਾ, ਇਹਦੀ ਸਮਾਪਤੀ ਨਹੀਂ। ਇਹ ਜਿੰਨੇ ਹਜ਼ਾਰ ਦਾ ਆਪਣਾ ਦੁੱਖ ਜੇ, ਲੱਖ ਦਾ ਆਪਣਾ ਦੁੱਖ ਹੈ, ਤੇ ਕਰੋੜ ਦਾ ਆਪਣਾ ਦੁੱਖ ਹੈ। ਜਿਨ੍ਹਾਂ ਕੋਲ ਹੈ ਉਹਨਾਂ ਨੂੰ ਪੁੱਛ ਲੈਣਾ ਜਾ ਕੇ, ਆਪੋ ਆਪਣੇ ਦੁੱਖ ਨੇ ਵੱਖਰੇ ਵੱਖਰੇ। ਜਿੰਨੀ ਅਵਸਥਾ ਬਦਲਦੀ, ਉਹਨੇ ਦੁੱਖ ਬਦਲਦੇ ਨੇ, ਵੱਡੇ ਹੁੰਦੇ ਨੇ। ਕਿਤੇ ਵੀ ਇਹ ਚੱਕਰ ਤੁਹਾਨੂੰ ਆਪਣੇ ਵਿੱਚ ਵਲੇਟ ਸਕਦਾ। ਹਾਂ, ਜਿਨ੍ਹਾਂ ਨੂੰ ਤਰਨ ਦੀ ਜਾਚ ਆ ਗਈ ਉਹ ਤਾਂ ਫਿਰ ਲੰਘ ਜਾਂਦੇ, ਉਹ ਹੀ ਬਚ ਸਕਦੇ। ਤੇ ਜਦੋਂ ਕੋਈ ਡੁੱਬਣ ਲੱਗਾ ਤਾਂ ਗੁਰੂ ਸਾਹਿਬ ਨੇ ਸ਼ਲੋਕ 12 ਤੇ ਵਧੀਕ ਵਿੱਚ ਇੱਕ ਬਚਨ ਕਿਹਾ ਕਿ ਜੇ ਤੋ ਤਾਰੂ ਪਾਣ, ਜੇ ਤੂੰ ਤਾਰੂ ਪਾਣ, ਪਾਣ ਦੇ ਅਰਥ ਨੇ ਪਾਣੀ। ਜੇ ਤੂੰ ਡੂੰਘਿਆਂ ਪਾਣੀਆਂ ਦੇ ਉੱਤੇ ਤਰਨਾ ਸਿੱਖਣਾ ਚਾਹੁੰਦਾ ਹੈ, ਜੇ ਤੂੰ ਤਾਰੂ ਪਾਣ ਤਾਂ ਹੂੰ ਪੁੱਛ। ਉਹਨਾਂ ਨੂੰ ਪੁੱਛਿਆ ਕਰ। ਕਿਹਨਾਂ ਨੂੰ? ਤਿੜਨ ਕਲ, ਤਿੜਨ ਦਾ ਅਰਥ ਹੈ ਤਰਨ ਦੀ, ਕਲ ਦਾ ਅਰਥ ਹੈ ਕਲਾ, ਜਿਨ੍ਹਾਂ ਨੂੰ ਤਰਨ ਦੀ ਜਾਚ ਆਉਂਦੀ ਹੈ। ਤਾਂ ਹੂੰ ਖਰੇ ਸੁਜਾਨ, ਉਹ ਬੜੇ ਸਿਆਣੇ ਨੇ ਰੱਬ ਦੇ ਪਿਆਰੇ। ਵੰਜਨ ਇੰਨੀ ਕਪਰੀ, ਕਪਰੀ ਦਾ ਅਰਥ ਹੈ ਘੁੰਮਣ ਘੇਰੀ। ਜਿੱਥੇ ਪਾਣੀ ਬਹੁਤਾ ਡੂੰਘਾ ਵਗਦਾ ਹੈ ਨਾ, ਨਦੀਆਂ ਦਾ, ਦਰਿਆਵਾਂ ਦਾ, ਉੱਥੇ ਪਾਣੀ ਗੋਲ ਘੁੰਮਦਾ ਹੈ। ਤੇ ਉਹ ਗੋਲ ਘੁੰਮਣ ਵਾਲੀ ਜਿਹੜੀ ਘੁੰਮਣ ਘੇਰੀ ਹੈ ਨਾ,
ਜਿਹੜਾ ਉਸ ਘੁੰਮਣ ਘੇਰੀ ਵਿੱਚ ਫਸ ਜਾਏ ਤੇ ਉਹ ਇਸ ਤਰ੍ਹਾਂ ਘੁੰਮਦੀ ਹੈ ਵੀ ਉਹ ਉੱਥੇ ਡੁੱਬਣ ਵਾਲੇ ਨੂੰ ਜ਼ਮੀਨ ਤੇ ਖਿੱਚ ਕੇ ਲੈ ਜਾਂਦੀ, ਡੋਬ ਦਿੰਦੀ ਹੈ। ਉਹਦੇ ਅੱਗੇ ਵਾਹ ਨਹੀਂ ਜਾਂਦੀ, ਕੋਈ ਜ਼ੋਰ ਨਹੀਂ ਚੱਲਦਾ, ਉਹ ਵੀ ਗੋਲ ਘੁੰਮਦੀ ਹੈ। ਮੈਂ ਗੱਲ ਚੱਕਰ ਦੀ ਕਰ ਰਿਹਾ ਸੀ, ਘੁੰਮਣ ਘੇਰੀ। ਉਹ ਗੋਲ ਇੰਨੀ ਤੇਜ਼ ਘੁੰਮਦੀ ਹੈ ਵੀ ਉੱਥੋਂ ਲੰਘਣ ਵਾਲੇ ਨੂੰ ਧੂ ਕੇ ਆਪਣੇ ਵਿੱਚ ਡੋਬ ਦਿੰਦੀ ਹੈ। ਪਰ ਜਿਹੜੇ ਲੋਕ ਬੜੇ ਸ਼ਕਤੀਸ਼ਾਲੀ ਹੁੰਦੇ ਨਾ, ਉਹਨਾਂ ਘੁੰਮਣ ਘੇਰੀਆਂ ਦੇ ਉੱਤੋਂ ਦੀ ਜ਼ੋਰ ਨਾਲ ਨਿਕਲ ਜਾਂਦੇ। ਇਸ ਲਈ ਕਹਿੰਦੇ ਉਹਨਾਂ ਨੂੰ ਪੁੱਛ ਜਿਹੜੇ ਇਹਨਾਂ ਘੁੰਮਣ ਘੇਰੀਆਂ ਵਿੱਚੋਂ ਵੰਝਣ ਦਾ ਅਰਥ ਰੋਜ਼ ਲੰਘਦੇ ਨੇ। ਵੰਝਣ ਇੰਨੀ ਕੱਪਰੀ ਤਾਰੂ ਤੇ ਉਹਨੂੰ ਹੀ ਕਹਾਂਗੇ ਨਾ ਜਿਹੜਾ ਘੁੰਮਣ ਘੇਰੀਆਂ ਦੇ ਵਿੱਚੋਂ ਲੰਘਿਆ। ਕੋਈ ਬੰਦਾ ਬਾਹਰ ਜਾਚ ਸਿੱਖੀ ਜਾਏ, ਪੜ੍ਹੀ ਜਾਏ ਤਰਨ ਬਾਰੇ, ਜਿਸ ਤਰ੍ਹਾਂ ਤਰੀਦਾ, ਤਰ ਗਏ ਕਿਨਾਰੇ ਤੇ ਬੈਠੇ, ਬੇੜੀ ਬਣਾ ਕੇ ਕਿਨਾਰੇ ਤੇ ਰੱਖ ਦਿੱਤੀ, ਉੱਥੇ ਚੱਪੂ ਮਾਰੀ ਗਿਆ ਸੁੱਕੇ ਥਾਂ ਤੇ, ਕਿਵੇਂ ਪਤਾ ਲੱਗੇਗਾ? ਇਹ ਬੰਦਾ ਤਾਰੂ ਬੜਾ ਵੱਡਾ ਹੈ, ਇਹ ਪਤਾ ਕਿਵੇਂ ਲੱਗੇਗਾ? ਵਗਾਓ ਉਹਨੂੰ ਸਮੁੰਦਰ ਦੇ ਵਿੱਚ, ਦਰਿਆ ਵਿੱਚ ਡੁੱਬਣ ਦਿਓ, ਇੱਕ ਵਾਰੀ ਗੋਤੇ ਖਾਣ ਦਿਓ। ਉਹਦਾ ਡੁੱਬਣਾ, ਉਹਦੇ ਗੋਤੇ ਖਾਣੇ ਹੀ ਉਹਦੀ ਪ੍ਰੈਕਟਿਸ ਬਣੇਗੀ, ਉਹਦਾ ਅਭਿਆਸ ਬਣੇਗਾ, ਉਹ ਯਤਨ ਕਰੇਗਾ, ਹੱਥ ਪੈਰ ਮਾਰੇਗਾ, ਉਹਨੂੰ ਜਾਚ ਆ ਜਾਏਗੀ। ਹਾਂ, ਇੱਕ ਚੀਜ਼ ਉਹਨਾਂ ਨੇ ਦੱਸੀ ਵੀ ਜਿਹੜੇ ਵੱਡੇ ਦਰਿਆਵਾਂ ਵਿੱਚ ਜੇ ਤੂੰ ਜਾਣਾ ਨਾ, ਪਹਿਲਾਂ ਛੋਟੇ ਛੋਟੇ ਥਾਵਾਂ ਤੇ ਤਰਨ ਦੀ ਜਾਚ ਸਿੱਖ ਲੈ। ਇਸ ਲਈ ਬਾਣੀ ਵਿੱਚ ਕਿਹਾ ਹੈ ਕਿ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ, ਤਿੜਨ ਕਲ ਤਾਹੂੰ ਖਰੇ ਸੁਜਾਨ ਬਨ। ਇੰਨੀ ਕੱਪਰੀ, ਕੱਪਰੀ ਦਾ ਅਰਥ ਹੈ ਗੋਲ ਘੇਰਾ, ਯਾਨੀ ਕਿ ਚੱਕਰ। ਤਾਂ ਇਸ ਮਾਇਆ ਦੇ ਚੱਕਰ ਵਿੱਚ ਜਿਹੜੇ ਗਏ, ਬਸ ਗਏ ਸੋ ਗਏ, ਮੁੜ ਕੇ ਨਿਕਲਣਾ ਮੁਸ਼ਕਿਲ ਹੈ। ਘੇਰੇ ਗਏ, ਫਸ ਗਏ। ਤਾਂ ਇਹਦੇ ਵਿੱਚੋਂ ਨਿਕਲਣ ਦੀ ਜਾਚ ਕਿਵੇਂ ਆਉਂਦੀ? ਸਿਰਫ ਸ਼ਬਦ ਦੁਆਰਾ ਮਨੁੱਖ ਇਹਦੇ ਵਿੱਚੋਂ ਨਿਕਲ ਸਕਦਾ ਹੈ, ਇਸ ਚੱਕਰ ਨੂੰ ਤੋੜ ਸਕਦਾ ਹੈ। ਕਾਲ ਦੇ ਚੱਕਰ ਨੂੰ ਪਾੜਨਾ ਹੈ। ਜਿਵੇਂ ਤੁਸੀਂ ਕਹਿੰਦੇ ਹੋ ਨਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹਦਾ ਹਵਾਲਾ ਦਿੱਤਾ ਗਿਆ। ਇੱਕ ਸ਼ਬਦ ਹੈ, ਉਹਨੂੰ ਕਹਿੰਦੇ ਨੇ ਗੈਲ। ਤੁਸੀਂ ਕਬੀਰ ਜੀ ਦੇ ਸ਼ਲੋਕ ਪੜ੍ਹੋਗੇ, ਉਹਦੇ ਵਿੱਚ ਆਉਂਦਾ, ਕਬੀਰ ਸੰਤ ਕੀ ਗੈਲ ਨਾ ਛੋਡੀਐ। ਗੈਲ ਦਾ ਮਤਲਬ ਹੁੰਦਾ ਹੈ ਜਿੱਥੋਂ ਕੋਈ ਗੱਡਾ ਵਾਰ-ਵਾਰ ਲੰਘੇ ਜਾਂ ਗੱਡੀ ਲੰਘੇ ਵਾਰ-ਵਾਰ ਕੱਚੇ ਰਾਹ ਤੋਂ, ਤਾਂ ਜਿੱਥੋਂ ਉਹਦਾ ਪਹੀਆ ਵਾਰ-ਵਾਰ ਲੰਘਦਾ ਹੈ ਤਾਂ ਉੱਥੇ ਇੱਕ ਥਾਂ ਨੀਵਾਂ ਹੋ ਜਾਂਦਾ, ਗੈਲ ਪੈ ਜਾਂਦੀ ਉਹਨੂੰ ਕਹਿੰਦੇ। ਜ਼ਿਮੀਂਦਾਰਾਂ ਵਿੱਚ ਉਹਨੂੰ ਕਹਿੰਦੇ ਗੈਲ ਪੈ ਗਈ। ਉਸ ਗੈਲ ਦੇ ਵਿੱਚੋਂ ਫਿਰ ਜਿਹੜੇ ਪਿੱਛੋਂ ਆਉਂਦੇ ਨਾ, ਉਹ ਵਿਚਾਰੇ ਆਪੇ ਡਿੱਗ ਪੈਂਦੇ ਉਸ ਗੈਲ ਵਿੱਚ। ਪਿਛਲੇ ਗੱਡੇ ਜਿਹੜੇ, ਉਹਨਾਂ ਨੂੰ ਤੁਰਨਾ ਹੀ ਉਹਦੇ ਵਿੱਚ ਪੈਂਦਾ, ਭਾਵੇਂ ਕੋਈ ਯਤਨ ਵੀ ਕਰੇ ਪਾੜਨ। ਫਿਰ ਕਹਿੰਦੇ ਨੇ ਵੀ ਇਸ ਗੈਲ ਦੇ ਵਿੱਚੋਂ ਬਾਹਰ ਕੱਢਣਾ, ਇਸ ਗੱਡੇ ਨੂੰ ਬਾਹਰ ਕੱਢਣਾ, ਪਾੜਨਾ ਗੈਲ ਨੂੰ, ਉਹਨੂੰ ਕਹਿੰਦੇ। ਉਹਦੇ ਵਾਸਤੇ ਬੜੇ ਹੀ ਸ਼ਕਤੀਸ਼ਾਲੀ ਬਲਦ ਜੋਣੇ ਪੈਂਦੇ ਨੇ, ਤਾਂ ਉਹ ਗੈਲ ਪਾੜਦੇ ਨੇ। ਆਹ ਜਿਹੜੀ ਗੈਲ ਵਿੱਚ ਆਪਾਂ ਡਿੱਗੇ ਹੋਏ ਆ ਨਾ, ਆਹ ਗੈਲ ਹੀ ਪਈ ਹੋਈ ਹੈ। ਵੀ ਸਵੇਰੇ ਉੱਠੇ, ਲੰਗਰ ਪਾਣੀ ਛਕਿਆ, ਕੰਮ ਕੀਤਾ, ਸੌਂ ਗਏ। ਸਵੇਰੇ ਉੱਠੇ, ਫਿਰ ਕੀਤਾ, ਫਿਰ ਸੌਂ ਗਏ। ਜਨਮ ਲਿਆ, ਬਚਪਨ ਸੀ, ਜਵਾਨ ਹੋ ਗਏ, ਬੁੱਢੇ ਹੋ ਗਏ, ਮਰ ਗਏ। ਗੈਲ ਹੈ, ਪਹਿਲੇ ਕਈ ਲੰਘੇ ਇਹਦੇ ਵਿੱਚੋਂ, ਤਾਂ ਇਹਦੇ ਉੱਤੇ ਆਪਾਂ ਸਾਰੇ ਜਾ ਰਹੇ ਹਾਂ। ਇਹਨੂੰ ਕਹਿੰਦੇ ਮਾਇਆ ਦਾ ਚੱਕਰ, ਇਹਨੂੰ ਕਹਿੰਦੇ ਕਾਲ ਦੀ ਗੈਲ, ਕਾਲ ਦਾ ਚੱਕਰ। ਪਹਿਲਾਂ ਪੜਦਾਦਾ ਪਿਆ ਸੀ ਇਹਦੇ ਵਿੱਚ, ਫਿਰ ਦਾਦਾ ਪੈ ਗਿਆ, ਫਿਰ ਪਿਓ, ਫਿਰ ਆਪਾਂ, ਅੱਗੋਂ ਵੀ ਸਾਰੇ ਪਈ ਜਾਣਗੇ। ਤਾਂ ਕੋਈ ਕੋਈ ਇਹਨਾਂ ਵਿੱਚੋਂ ਇਸ ਕਾਲ ਦੀ ਗੈਲ ਨੂੰ ਪਾੜ ਜਾਂਦਾ, ਨਿਕਲ ਜਾਂਦਾ ਇਹਦੇ ਵਿੱਚੋਂ। ਉਹਨਾਂ ਨੂੰ ਕਿਹਾ ਬ੍ਰਹਮ ਗਿਆਨੀ। ਜਾਤ ਕਿਹਨਾਂ ਨੇ ਆਪਣੀ ਖਤਮ ਕੀਤੀ? ਬਾਕੀਆਂ ਤੇ ਜਾਤ ਦਾ ਅਸਰ ਹੈ। ਵੈਸੇ ਆਪਾਂ ਕਹੀ ਜਾਈਏ, ਜਿੰਨਾ ਚਿਰ ਕੋਈ ਬ੍ਰਹਮ ਗਿਆਨੀ ਨਹੀਂ ਬਣਦਾ, ਉਹਨਾਂ ਚਿਰ ਉਹਦੇ ਉੱਤੇ ਜਾਤ ਦਾ ਪ੍ਰਭਾਵ ਰਹਿੰਦਾ ਹੈ। ਮੈਂ ਇਹਦੇ ਅਰਥ ਇਹ ਨਹੀਂ ਕਰ ਰਿਹਾ ਵੀ ਜਾਤ ਪਾਤ ਨੂੰ ਮੰਨਣਾ ਚਾਹੀਦਾ, ਪਰ ਜਿੰਨਾ ਚਿਰ ਬ੍ਰਹਮ ਗਿਆਨ ਤੱਕ ਨਹੀਂ ਗਿਆ, ਉਹਨਾਂ ਚਿਰ ਜਾਤ ਦਾ ਪ੍ਰਭਾਵ ਉਹਦੇ ਜੀਵਨ 'ਤੇ ਪੂਰੀ ਤਰ੍ਹਾਂ ਰਹਿੰਦਾ ਹੈ, ਅਸਰ ਰਹਿੰਦਾ ਹੈ। ਜਿਹੜੇ ਗੁਰਮੁਖ ਹਨ, ਉਹਨਾਂ ਨੇ ਸੰਗਤ ਦੇ ਸਹਾਰੇ ਦੁਆਰਾ ਇੱਕ ਤਰੀਕਾ ਵਰਤਿਆ, ਤੇ ਉਹਨਾਂ ਨੇ ਇਸ ਕਾਲ ਦੇ ਚੱਕਰ ਨੂੰ, ਜਿਹੜਾ ਦੂਜਾ ਹੈ ਸਰੀਰ ਵਿੱਚ, ਮਾਇਆ ਦਾ ਚੱਕਰ ਜਿਹੜਾ ਦੂਜਾ ਹੈ ਸਰੀਰ ਵਿੱਚ, ਇਹਨੂੰ ਪਾੜ ਕੇ ਇਸ ਚੱਕਰ ਨੂੰ ਤੋੜ ਦਿੱਤਾ। ਬੰਧਨ ਟੁੱਟ ਗਏ। ਇਹਨੂੰ ਕਹਿੰਦੇ ਨੇ ਜੰਮ ਦੇ ਸੰਗਲ ਟੁੱਟ ਗਏ। ਹੋਰ ਨਹੀਂ ਜੰਮ ਕੋਈ, ਜੰਮ ਇਹਦੇ ਵਿੱਚੋਂ ਹੀ ਬਣਦੇ ਨੇ ਆਪਣੇ।
ਜਮਦੂਤ ਜਿਹੜੇ ਹੁੰਦੇ ਨਾ, ਚਿੱਤਰਗੁਪਤ ਹੁੰਦੇ, ਉਹ ਸਾਰੇ ਬੰਦੇ ਦੇ ਆਪਣੇ ਨੇ, ਆਪੋ ਆਪਣੇ ਬਣੇ ਹੋਏ ਨੇ, ਦੂਜਾ ਨਹੀਂ ਕੋਈ ਆਉਂਦਾ। ਜਿਹੜਾ ਆਪਣੇ ਜਮਦੂਤਾਂ ਨੂੰ ਮਾਰ ਗਿਆ, ਉਹਦੇ ਜਮਦੂਤ ਖਤਮ ਹੋ ਗਏ। ਧਰਮਰਾਜ ਉਹਨਾਂ ਦਾ ਮਿੱਤ ਹੈ, ਉਹਨਾਂ ਦਾ ਮਿੱਤਰ ਬਣ ਗਿਆ ਧਰਮਰਾਜ। ਫਿਰ ਇਸ ਢੰਗ ਦੇ ਨਾਲ ਜਿਨ੍ਹਾਂ ਨੇ ਇਹ ਦੋ ਚੱਕਰਾਂ ਦੀ ਗੱਲ ਆਪਾਂ ਸਾਂਝੀ ਕਰ ਰਹੇ ਸੀ, ਬਈ ਬੰਦੇ ਦੇ ਸਰੀਰ ਦੇ ਵਿੱਚ ਜਿੱਥੇ ਜੋਗੀਆਂ ਨੇ ਕਹੇ ਨੇ ਵੀ 6 ਚੱਕਰ ਨੇ, ਤੇ ਜਦੋਂ ਮਨੁੱਖ ਕਿਸੇ ਕਾਰਨ ਕ੍ਰੋਧੀ ਹੁੰਦਾ ਹੈ ਜਾਂ ਕਿਸੇ ਕਾਰਨ ਲੋਭੀ ਹੁੰਦਾ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਉਹਦੇ ਮਨ ਨੂੰ ਸ਼ੌਟ ਲੱਗਦਾ ਹੈ, ਤੇ ਚੱਕਰਾਂ ਦਾ ਬੈਲੈਂਸ ਗੁਆਚ ਜਾਂਦਾ ਹੈ ਤੇ ਮਨੁੱਖ ਦੁਖੀ ਹੋ ਜਾਂਦਾ ਹੈ। ਇਹ ਜੋਗੀਆਂ ਨੇ ਮੰਨਿਆ। ਪਰ ਅੱਜ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ 74 ਚੱਕਰ ਵਰਤੀ, 199 ਨੰਬਰ ਸ਼ੰਤ ਹੈ ਜਾਪ ਸਾਹਿਬ ਦੀ ਬਾਣੀ ਵਿੱਚ। ਉਹ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਚੌਹਾਂ ਪਾਸੇ ਤੁਹਾਡਾ ਇੱਕ ਨਾਮ ਦਾ ਚੱਕਰ ਚੱਲ ਰਿਹਾ, ਮੈਂ ਵੇਖਣਾ ਨਾਮ ਦਾ ਚੱਕਰ ਚੌਹਾਂ ਪਾਸੇ ਮਨੁੱਖ ਦੇ ਘੁੰਮ ਰਿਹਾ ਹੈ। ਤੁਸੀਂ ਵੇਖੋਗੇ ਜਿਹੜੇ ਪੈਗੰਬਰਾਂ ਦੀਆਂ, ਗੁਰੂਆਂ ਦੀਆਂ ਤਸਵੀਰਾਂ ਬਣਾਈਆਂ ਗਈਆਂ ਨੇ, ਉਹਨਾਂ ਤਸਵੀਰਾਂ ਦੇ ਉਹਨਾਂ ਦੇ ਸਿਰ ਦੇ ਦੁਆਲੇ ਇੱਕ ਚੱਕਰ ਬਣਾਇਆ ਗਿਆ, ਔਰਾ ਬਣਾਇਆ ਗਿਆ ਪ੍ਰਕਾਸ਼ ਦਾ। ਉਹ ਗਲਤ ਨਹੀਂ ਹੈ, ਉਹ ਕਿਸੇ ਕਿਸੇ ਨੂੰ ਨਜ਼ਰ ਆਉਂਦਾ ਹੈ, ਸਾਰਿਆਂ ਨੂੰ ਨਹੀਂ। ਮਨੁੱਖ ਦੀ ਆਪਣੀ ਹਵਾ ਹੈ, ਉਹਦਾ ਪ੍ਰਭਾਵ ਪੈਂਦਾ। ਤਾਂ ਉਹ ਜਿਹੜਾ ਗੁਰੂ ਨਾਨਕ ਸਾਹਿਬ ਬਾਰੇ ਕਿਹਾ ਹੈ ਕਿ ਕਲਯੁਗ ਬਾਬੇ ਤਾਰਿਆ ਸਤਿਨਾਮ ਦਾ ਚੱਕਰ ਫਿਰਾਇਆ, ਜਿਨ੍ਹਾਂ ਦੇ ਮਨਾਂ ਦੇ ਵਿੱਚ ਰੱਬ ਦੇ ਪਿਆਰ ਦਾ ਚੱਕਰ ਘੁੰਮਣਾ ਬੰਦ ਹੋ ਗਿਆ ਸੀ, ਖਰਾਬ ਹੋ ਗਿਆ ਸੀ, ਉਹਨੂੰ ਜੰਗਾਲ ਪੈ ਗਿਆ ਸੀ, ਕਦੀ ਉਹਨੂੰ ਤੋੜ ਕੇ ਨਹੀਂ ਵੇਖਿਆ। ਪਹਿਲਾਂ ਜਦੋਂ ਕੋਈ ਨਾਮ ਜਪਣ ਲੱਗੇ ਨਾ ਤਾਂ ਉਹ ਇੱਕ ਸ਼ਿਕਾਇਤ ਕਰੇਗਾ ਵੀ ਸਰੀਰ ਦਰਦ ਹੁੰਦਾ ਜੀ, ਨੀਂਦ ਬੜੀ ਆਉਂਦੀ ਹੈ, ਸਾਰਾ ਦਰਿੱਦਰ ਸਾਡੇ ਤੇ ਪੈ ਗਿਆ ਆ ਕੇ। ਇਸੇ ਤਰ੍ਹਾਂ ਹੀ ਹੋਵੇਗਾ, ਕਿਉਂਕਿ ਜਦੋਂ ਕੋਈ ਚੀਜ਼ ਬਹੁਤਾ ਲੰਮਾ ਸਮਾਂ ਖੜੀ ਰਵੇ ਨਾ, ਜਦੋਂ ਇਹ ਜ਼ਿਮੀਂਦਾਰ ਲੋਕ ਜਿਹੜੇ ਪਸ਼ੂਆਂ ਦੇ ਨਾਲ ਹਲ ਵਾਹੁੰਦੇ ਸੀ, ਤੇ ਉਹ ਪਸ਼ੂ ਜਦੋਂ 6 ਮਹੀਨੇ ਖਾਲੀ ਰਹਿੰਦੇ ਸਨ, ਉਹਨਾਂ ਤੋਂ ਕੰਮ ਨਹੀਂ ਸੀ ਲਿਆ ਜਾਂਦਾ। ਤੇ ਜੇ ਉਹਨਾਂ ਨੂੰ ਜਦੋਂ ਆਪਾਂ ਪਹਿਲੇ ਦਿਨ ਜਾਂ ਆਪਣੇ ਸਰੀਰ ਤੇ ਵੀ ਆਪਾਂ ਦੇਖ ਲਈਏ ਵੀ ਆਪਾਂ 1-2 ਮਹੀਨਾ ਕੰਮ ਕਰਨਾ ਬੰਦ ਕਰ ਦੀ, ਤੇ ਮਹੀਨੇ ਬਾਅਦ ਇੱਕੋ ਦਮ ਆਪਾਂ ਕੰਮ ਕਰੀਏ ਤੇ ਸਰੀਰ ਦਰਦ ਹੋਵੇਗਾ, ਸਰੀਰ ਨੂੰ ਨੀਂਦ ਆਵੇਗੀ, ਥਕੇਵਾਂ ਆਵੇਗਾ। ਪਰ ਜਦੋਂ ਉਸ ਥਕੇਵੇਂ ਨੂੰ ਭੰਨ ਕੇ ਥੋੜ੍ਹੇ ਦਿਨ ਦਰਦ ਦੇ ਵਿੱਚ ਧੱਕੇ ਨਾਲ ਅਸੀਂ ਕਰਦੇ ਰਹੇ, ਦਰਦ ਦੀ ਪਰਵਾਹ ਨਾ ਕੀਤੀ, ਤਾਂ ਉਹ ਦਰਦਾਂ ਇੱਕ ਦਿਨ ਖਤਮ ਹੋ ਜਾਣਗੀਆਂ। ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਹਾ, ਜੇ ਤੂੰ ਨਾਮ ਜਪਣਾ ਤੇ ਦਿਹਾੜੀ ਵਾਲੇ ਆਦਮੀ ਤੋਂ, ਜਿਹੜਾ ਦਿਹਾੜੀ ਕਰਦਾ ਉਹਦੇ ਤੋਂ ਸਿੱਖ। ਹਰ ਹਰ ਨਿਤ ਜਪਿਓ ਜਿਉ ਲਾਹਾ ਖਟਿਓ ਦਿਹਾੜੀ। ਦਿਹਾੜੀਦਾਰ ਨੂੰ ਪੁੱਛੋ ਵੀ ਤੂੰ ਆ ਜਿਹੜੀ ਮਿੱਟੀ ਢੋ ਰਿਹਾ ਹੈ, ਆ ਜਿਹੜੀਆਂ ਇੱਟਾਂ ਸਿਰ ਤੇ ਰੱਖੀਆਂ ਹੋਈਆਂ ਨੇ, ਤੇਰਾ ਸਰੀਰ ਦਰਦ ਹੁੰਦਾ ਹੈ? ਉਹ ਕਹੇਗਾ ਜੀ ਹੁੰਦਾ ਬਹੁਤ। ਫਿਰ ਤੂੰ ਛੱਡ ਦੇ ਇਸ ਕੰਮ ਨੂੰ? ਕਹੇਗਾ ਨਹੀਂ, ਛੱਡਿਆ ਸਰਦਾ ਥੋੜ੍ਹੀ ਹੈ, ਸਰਦਾ ਨਹੀਂ ਮੇਰਾ, ਮੈਂ ਜ਼ਰੂਰ ਕਰਨਾ। ਦਰਦ ਵੀ ਹੁੰਦੀ ਹੈ, ਮੈਨੂੰ ਨੀਂਦ ਵੀ ਆਈ ਹੋਈ, ਮੇਰੇ ਗੋਡੇ ਵੀ ਦਰਦ, ਮੇਰਾ ਸਿਰ ਵੀ ਦਰਦ ਹੈ, ਆ ਇੱਟਾਂ ਵੀ ਵੱਜੀਆਂ ਬਹੁਤ ਸਾਰੀਆਂ, ਜ਼ਖਮਾਂ ਦੇ ਵਿੱਚ ਪੱਟੀਆਂ ਬੰਨ ਕੇ ਕਰੀ ਜਾ ਰਿਹਾ। ਫਿਰ ਛੱਡਦਾ ਕਿਉਂ ਨਹੀਂ? ਉਹ ਕਹਿੰਦਾ ਮੇਰਾ ਸਰਦਾ ਨਹੀਂ। ਤੇ ਜਿੱਦਣ ਗੁਰਸਿੱਖ ਨੂੰ ਪਤਾ ਲੱਗ ਜਾਏ ਨਾ ਵੀ ਨਾਮ ਤੋਂ ਬਿਨਾਂ ਮੇਰਾ ਸਰਨਾ ਨਹੀਂ, ਉਦਣ ਫਿਰ ਉਹ ਦਰਦਾਂ ਦੀ ਤੇ ਨੀਂਦਾਂ ਦੀ ਪਰਵਾਹ ਨਹੀਂ ਕਰਿਆ ਕਰਦਾ। ਮੋਹੇ ਮਛਲੀ ਤੁਮ ਨੀਰ ਤੁਝ ਬਿਨ ਕਿਉਂ ਸਰੈ। ਜਦੋਂ ਸਰਦਾ ਹੀ ਨਹੀਂ, ਜਿਨ੍ਹਾਂ ਨੂੰ ਪਤਾ ਲੱਗ ਗਿਆ ਉਹਨਾਂ ਦਾ ਨਹੀਂ ਸਰਦਾ, ਬਾਕੀ ਤਾਂ ਸਰੀ ਜਾਂਦਾ। ਬਾਕੀ ਤਾਂ ਖਾਣ ਪੀਣ ਤੱਕ ਸੀਮਤ ਹੈ ਗੱਲ, ਫਿਜ਼ੀਕਲ ਸਰੀਰਕ ਜਿਸਮ ਦੀ ਜ਼ਿੰਦਗੀ ਹੈ। ਜਦ ਕਿ ਗੁਰੂ ਸਾਹਿਬ ਨੇ ਕਿਹਾ ਖਾਕ ਨੂਰ ਕਰਦਮ ਆਲਮ ਦੁਨੀਆਏ। ਖਾਕ ਦਾ ਅਰਥ ਹੈ ਮਿੱਟੀ, ਨੂਰ ਦਾ ਅਰਥ ਹੈ ਨੂਰ, ਨਾਮ। ਖਾਕ ਨੂਰ ਕਰਦਮ, ਤੈਨੂੰ ਇਸ ਮਿੱਟੀ ਦੇ ਜਿਸਮ ਵਿੱਚ ਤਾਂ ਪਾਇਆ ਵੀ ਤੂੰ ਆਪਣੇ ਵਿੱਚੋਂ ਨੂਰ ਨੂੰ ਪ੍ਰਗਟ ਕਰੇ, ਇਸ ਵਾਸਤੇ ਤੈਨੂੰ ਬਣਾਇਆ। ਖਾਕ ਨੂਰ ਕਰਦਮ ਆਲਮ ਦੁਨੀਆਏ, ਦਰਖਤ ਆਬ ਪੈਦਾਇਸ਼ ਖੁਦਾਏ।
ਇਸ ਕਰਕੇ ਜਿਹੜਾ ਸਤਨਾਮ ਦਾ ਚੱਕਰ ਫਿਰਾਇਆ, ਉਹਨੂੰ ਜਿਨ੍ਹਾਂ ਸ਼ਬਦ ਨਾਲ ਸਾਂਝ ਪਾਈ ਹੈ, ਗੁਰੂ ਚਰਨਾਂ ਨਾਲ ਪ੍ਰੀਤ ਪਾਈ ਹੈ, ਉਹਨਾਂ ਦੀ ਜ਼ਿੰਦਗੀ ਦੇ ਅੰਦਰੋਂ ਉਹ ਕਾਲ ਦੇ ਚੱਕਰ ਵਿੱਚੋਂ ਨਿਕਲਣਾ ਸਿੱਖ ਲਿਆ ਉਹਨਾਂ ਨੇ। ਕਿਵੇਂ ਨਿਕਲੀਦਾ, ਫਿਰ ਵਿੱਚ ਕਿਵੇਂ ਜਾਈਦਾ। ਗੁਰਸਿੱਖ ਰੋਜ਼ ਮਾਇਆ ਦੇ ਚੱਕਰ ਵਿੱਚ ਪੈਂਦਾ ਹੈ, ਰੋਜ਼ ਮਾਇਆ ਦੇ ਚੱਕਰ ਵਿੱਚ ਪੈਂਦਾ, ਪਰ ਜਿਹੜੇ ਦਰਵਾਜ਼ੇ ਰਾਹੀਂ ਉਹ ਚੱਕਰ ਵਿੱਚ ਵੜਦਾ ਹੈ ਨਾ, ਉਹਨੂੰ ਉਸ ਦਰਵਾਜ਼ੇ ਦੀ ਸੋਝੀ ਗੁਰੂ ਨੇ ਦੇ ਦਿੱਤੀ ਵੀ ਇੱਥੋਂ ਪਏ ਸੀ ਵਿੱਚ, ਕੰਮ ਕਰਕੇ ਵਾਪਸ ਨਿਕਲ ਆਏ। ਮਨਮੁਖ ਵੀ ਉਸੇ ਦਰਵਾਜ਼ੇ ਰਾਹੀਂ ਜਾਂਦਾ, ਪਰ ਉਹ ਜਾਂਦਾ ਤੇ ਹੈ, ਉਹ ਆਉਂਦਾ ਨਹੀਂ। ਤਾਂ ਗੁਰੂ ਸਾਹਿਬ ਨੇ ਮਨਮੁਖ ਨੂੰ ਕਿਹਾ ਵੀ ਮੇਰੇ ਮਨ ਪਰਦੇਸੀ ਵੇ ਪਿਆਰੇ, ਆਓ ਘਰੇ। ਘਰ ਤੇ ਸੀ ਤੇਰਾ ਨਾਮ, ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਾਜ਼ਾਰ ਹੈ, ਕੰਮ ਕਰਨਾ ਹੈ, ਮਾਇਆ ਕਮਾਉਣੀ, ਜੋ ਵੀ ਕੰਮ ਹੈ, ਇਹ ਤੇ ਸਾਰਾ ਤੇਰਾ ਬਾਜ਼ਾਰ ਸੀ ਸੱਜਣਾ। ਬਾਜ਼ਾਰ ਵਿੱਚ ਜਾਣਾ ਜ਼ਰੂਰ ਸੀ, ਪਰ ਕੰਮ ਕਰਕੇ ਆਪਣੇ ਘਰ ਮੁੜਨਾ ਸੀ। ਤੈਨੂੰ ਘਰ ਮੁੜਨਾ ਭੁੱਲ ਗਿਆ, ਵਾਪਸੀ ਨਹੀਂ ਆਉਂਦੀ ਤੈਨੂੰ। ਤਾਂ ਜਿਨ੍ਹਾਂ ਨੇ ਗੁਰੂ ਚਰਨਾਂ ਨਾਲ ਪ੍ਰੀਤ ਪਾਈ, ਗੁਰੂ ਨੇ ਉਹਨਾਂ ਨੂੰ ਦੱਸ ਦਿੱਤਾ ਵੀ ਇਸ ਦਰਵਾਜ਼ੇ ਰਾਹੀਂ ਦੁਨੀਆ ਵਿੱਚ ਜਾਈਦਾ, ਤੇ ਉੱਥੇ ਤਾਂ ਭੀੜ ਮੱਚੀ ਹੋਈ ਹੈ, ਉੱਥੇ ਤਾਂ ਅੰਤ ਹੀ ਕੋਈ ਨਹੀਂ। ਪਤਾ ਨਹੀਂ ਕਿੰਨੇ ਕੁ ਤਿਲਕ ਕੇ ਡਿੱਗੇ ਹੋਏ ਨੇ ਵਿਚਾਰੇ, ਬਹੁਤਿਆਂ ਨੇ ਤੇ ਸੜਕ ਦੇ ਕਿਨਾਰੇ ਉੱਥੇ ਹੀ ਘਰ ਪਾ ਲਿਆ, ਉਹ ਤਾਂ ਉੱਥੇ ਹੀ ਰਹਿਣ ਲੱਗ ਪਏ। ਤਾਂ ਉੱਥੇ ਫਿਰ ਦੁੱਖ ਹੈ। ਜਦੋਂ ਕੋਈ ਅਰਦਾਸ ਕਰਦਾ, ਦੁੱਖ ਵਿੱਚੋਂ ਕੱਢੋ, ਗੁਰੂ ਸਾਹਿਬ ਕਹਿੰਦੇ ਉਸ ਦੇਸ਼ ਵਿੱਚੋਂ ਵਾਪਸ ਆ ਜਾ ਜਿੱਥੇ ਤੂੰ ਰਹਿੰਦਾ, ਉੱਥੇ ਦੁੱਖ ਹੀ ਹੈ, ਉੱਥੇ ਸੁੱਖ ਹੈ ਹੀ ਨਹੀਂ। ਅਸੀਂ ਕਹਿੰਦੇ ਹਾਂ ਵੀ ਰਹਿਣਾ ਵੀ ਅਸੀਂ, ਸਾਡੀ ਜਿਹੜੀ ਅਰਦਾਸ ਹੈ ਨਾ, ਸਾਡੀ ਅਰਦਾਸ ਇਹ ਹੈ ਵੀ ਕੋਈ ਬੰਦਾ ਅੱਗ ਬਾਲ ਕੇ ਤੇ ਉਹਦੇ ਕੋਲ ਖਲੋ ਜਾਏ ਤੇ ਗੁਰੂ ਨੂੰ ਕਵੇ ਮਹਾਰਾਜ ਮੈਂ ਸੜਨਾ ਨਹੀਂ ਚਾਹੀਦਾ, ਤੇ ਮੈਂ ਅੱਗ ਨੂੰ ਜੱਫੀ ਪਾਉਣ ਲੱਗਾ ਜੇ, ਮੈਨੂੰ ਸੜਨ ਤੋਂ ਬਚਾਇਓ। ਗੁਰੂ ਸਾਹਿਬ ਕਹਿੰਦੇ ਵੀ ਸਿੱਖਾ ਤੂੰ ਇਸ ਅੱਗ ਦੇ ਸੇਕ ਤੋਂ ਥੋੜ੍ਹੀ ਜਿਹੀ ਦੂਰ ਹੋ ਜਾ। ਸਿੱਖ ਕਹਿੰਦਾ ਨਹੀਂ, ਰਹਿਣਾ ਅੱਗ ਦੇ ਕੋਲ, ਸੇਕ ਨਹੀਂ ਲੱਗਣਾ ਚਾਹੀਦਾ। ਦੋਵੇਂ ਗੱਲਾਂ ਕਿਵੇਂ ਹੋ ਸਕਦੀਆਂ? ਇਸ ਧਰਤੀ ਦੇ ਇਸ ਤਰ੍ਹਾਂ ਦਾ ਕੋਈ ਗੁਰੂ ਨਹੀਂ ਹੋਇਆ। ਹਾਂ, ਕਿਤੇ ਕਿਤੇ ਗੁਰੂ ਨੇ ਅੱਗ ਦੇ ਵਿੱਚ ਬਚਾਇਆ ਤੇ ਉਦਾਹਰਨ ਦਿੱਤਾ ਸੀ ਵੀ ਗੁਰੂ ਵਿੱਚ ਸਮਰੱਥਾ ਹੈ ਬਈ ਉਹ ਬਾਬੇ ਬਿਧੀ ਚੰਦ ਨੂੰ ਭੱਠ ਦੇ ਵਿੱਚ ਸੇਕ ਨਹੀਂ ਲੱਗਣ ਦਿੰਦਾ। ਇਹ ਗੱਲ ਤਾਂ ਹੈ, ਦੁੱਖ ਦੇ ਵਿੱਚ ਬਚਾਉਂਦਾ ਹੈ ਸਿੱਖ ਨੂੰ ਆਪਣੇ ਨੂੰ, ਪਰ ਉਹ ਤਾਂ ਸੀ ਵੀ ਉੱਥੋਂ ਬਚਾ ਲਿਆ। ਤਾਂ ਹੁਣ ਇਹ ਨਹੀਂ ਵੀ ਬਾਬੇ ਬਿਧੀ ਚੰਦ ਨੂੰ ਬਚਾਇਆ ਹੈ, ਇੱਕ ਵਾਰੀ ਬਚਾਇਆ ਨਾ ਗੁਰੂ ਹਰਗੋਬਿੰਦ ਸਾਹਿਬ ਨੇ, ਵੀ ਦੁਸ਼ਾਲੇ ਲੈਣ ਗਏ ਸੀ ਤੇ ਭੱਠ ਸਾਹਿਬ ਗੁਰਦੁਆਰਾ ਅੱਜ ਵੀ ਹੈ, ਉਹ ਭੱਠ ਵੀ ਬਣਿਆ ਹੋਇਆ ਪੱਟੀ ਵਿੱਚ, ਉਹਦੇ ਵਿੱਚ ਵੜ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਾਬੇ ਬਿਧੀ ਚੰਦ ਦੇ ਸਰੀਰ ਨੂੰ ਸੜਨ ਨਹੀਂ ਦਿੱਤਾ, ਸੇਕ ਨਹੀਂ ਲੱਗਣ ਦਿੱਤਾ। ਤਾਤੀ ਵਾਉ ਨਾ ਲੱਗੀ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰਾ ਰਾਮ ਕਰ ਦੁੱਖ ਲੱਗੈ ਨਾ ਭਾਈ। ਹੁਣ ਮੈਂ ਇੱਥੇ ਬੇਨਤੀ ਕਰਾਂ ਵੀ ਬਾਬਾ ਬਿਧੀ ਚੰਦ ਜੀ ਨੂੰ ਇੱਕ ਦਿਨ ਫਿਰ ਪਤਾ ਲੱਗ ਗਿਆ ਵੀ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਮੈਨੂੰ ਅੱਗ ਚੋਂ ਬਚਾਇਆ, ਤੇ ਫਿਰ ਤੁਸੀਂ ਇਤਿਹਾਸ ਵਿੱਚ ਕਦੀ ਵੇਖਿਆ ਪਰਤ ਕੇ ਵੀ ਫਿਰ ਮਹੀਨੇ ਬਾਅਦ ਬਾਬਾ ਬਿਧੀ ਚੰਦ ਜੀ ਫਿਰ ਭੱਠ ਵਿੱਚ ਵੜ ਗਿਆ ਵੀ ਮੇਰਾ ਗੁਰੂ ਤੇ ਬਚਾਉਂਦਾ ਹੀ ਆਪਾਂ ਵੜੀਏ ਅੱਗ ਵਿੱਚ? ਨਹੀਂ ਨਾ ਗਏ, ਫਿਰ ਇੱਕੋ ਵਾਰੀ ਗਏ। ਲੋੜ ਸੀ, ਉਹ ਜ਼ਰੂਰਤ ਸੀ, ਪਰਤ ਕੇ ਨਹੀਂ ਗਏ ਉਹ ਭੱਠੀ ਵਿੱਚ। ਪਰ ਸਾਡੀ ਹਾਲਤ ਇਹ ਹੈ ਵੀ ਗੁਰੂ ਸਾਡਾ ਬਚਾ ਲੈਂਦਾ, ਮਾਰੋ ਛਾਲ। ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ ਹੈ, ਉਹ ਕਹਿੰਦੇ ਨੇ ਜੇ ਕੋਈ ਬੰਦਾ ਖਜੂਰ ਤੇ ਚੜ੍ਹੇ ਤੇ ਸਿਰੇ ਤੇ ਜਾ ਕੇ ਉਹਦਾ ਪੈਰ ਤਿਲਕ ਜਾਏ ਤੇ ਡਿੱਗ ਪਵੇ, ਤੇ ਡਿੱਗਦਿਆਂ ਡਿੱਗਦਿਆਂ ਉਹ ਕਰੇ ਰੱਬ ਨੂੰ ਯਾਦ, ਤੇ ਰੱਬ ਉਹਦੀ ਹੱਡੀ ਪਸਲੀ ਬਚਣ ਤੋਂ ਬਚਾ ਦੇ, ਬਚ ਜਾਏ ਸੱਟ ਤੋਂ। ਤੇ ਇਹਦਾ ਮਤਲਬ ਇਹ ਨਹੀਂ ਵੀ ਉਹ ਦੂਜੇ ਦਿਨ ਫਿਰ ਖਜੂਰ ਤੇ ਚੜ੍ਹ ਕੇ ਛਾਲ ਮਾਰੇ, ਵੀ ਜਦੋਂ ਰੱਬ ਨੂੰ ਯਾਦ ਕਰੀਏ ਉਦੋਂ ਕਿਹੜਾ ਸੱਟ ਲੱਗਦੀ, ਮਾਰੋ ਛਾਲ ਚੜ੍ਹ ਕੇ ਉੱਤੇ। ਜੇ ਕੋਈ ਬੰਦਾ ਪਾਣੀ ਵਿੱਚ ਦਰਿਆ ਵਿੱਚ ਡਿੱਗ ਕੇ ਬਚ ਜਾਏ ਕਿਸੇ ਤਰ੍ਹਾਂ, ਇਹਦਾ ਮਤਲਬ ਇਹ ਨਹੀਂ ਵੀ ਦੂਜੇ ਦਿਨ ਫਿਰ ਦਰਿਆ ਵਿੱਚ ਛਾਲ ਮਾਰੇਗਾ। ਪਰ ਸਾਡੀ ਹਾਲਤ ਇਹ ਹੈ, ਬਖਸ਼ ਦਿੰਦੇ ਨੇ ਗੁਰੂ ਸਾਹਿਬ, ਸੰਤ ਇਸੇ ਵਾਸਤੇ ਨੇ, ਉੱਥੇ ਜਾ ਕੇ ਬਖਸ਼ਾਓ ਤੇ ਫਿਰ ਕਰੋ ਪਾਪ ਆ ਕੇ। ਇਸ ਤਰ੍ਹਾਂ ਸਿਲਸਿਲਾ ਚੱਲਦਾ ਰਹਿੰਦਾ।
ਗੁਰੂ ਹੈਣ ਸਾਡੇ ਬਖਸ਼ਣ ਵਾਲੇ, ਤਾਂ ਹੁਣ ਕਾਹਦੀ ਪਰਵਾਹ ਹੈ, ਜੋ ਮਰਜ਼ੀ ਕਰੋ, ਗੁਰੂ ਤੋਂ ਫਿਰ ਜਾ ਕੇ ਸਾਫ਼ ਕਰਾ ਲਓ। ਕਿਉਂਕਿ ਅਸੀਂ ਗੁਰੂ ਨੂੰ ਇਸੇ ਕੰਮ ਵਾਸਤੇ ਰੱਖਿਆ ਹੈ ਵੀ ਆਪਾਂ ਪਾਪ ਕਰਨੇ ਨੇ ਤੇ ਗੁਰੂ ਨੇ ਧੋਣੇ ਨੇ। ਪਾਪ ਸਿਰਫ ਧੋਣ ਵਾਸਤੇ ਗੁਰੂ ਸੀ, ਵੀ ਸਿੱਖ ਨੇ ਇੱਕ ਵਾਰੀ ਪਾਪ ਕੀਤੇ, ਕੋਈ ਸ਼ੱਕ ਨਹੀਂ। ਤਾਂ ਹੁਣ ਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਅੱਗੋਂ ਰਾਹ ਦੱਸਿਆ। ਜੇ ਕਿਤੇ ਥੋੜ੍ਹਾ ਜਿਹਾ ਅੱਗੇ ਪਿੱਛੇ ਚਲੋ, ਜਿਹੜੀ ਬੇਬਸੀ ਸਿੱਖ ਦੀ ਹੋ ਗਈ, ਫਿਰ ਗੁਰੂ ਨਾਲੋਂ ਨਾਲ ਧੋਂਦਾ ਹੈ। ਪਰ ਸਿੱਖ ਉਹਦਾ ਸਹਾਰਾ ਲੈ ਕੇ ਪਾਪ ਕਰੀ ਜਾਏ, ਫਿਰ ਕਰੀ ਜਾਏ, ਫਿਰ ਕਰੀ ਜਾਏ, ਇਹਦਾ ਮਤਲਬ ਇਹ ਨਹੀਂ ਹੈ। ਭਾਈ ਵੀਰ ਸਿੰਘ ਹੋਰਾਂ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ। ਉਹਨਾਂ ਕੋਲ ਕੋਈ ਸੱਜਣ ਆਉਂਦਾ ਸੀ ਤੇ ਸੰਤ ਸਨ, ਉਹ ਦੁੱਖ ਸੀ ਉਹਦੀ ਜ਼ਿੰਦਗੀ ਵਿੱਚ ਬੜਾ, ਤੇ ਉਹਨਾਂ ਕੋਲ ਆਇਆ ਤੇ ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗਿਆ ਵੀ ਮੈਂ ਕੋਈ ਸਿਰ ਤੇ ਹੱਥ ਰੱਖ ਕੇ ਦੁੱਖ ਨਹੀਂ ਢਾਹ ਸਕਦਾ, ਗੁਰੂ ਨਾਨਕ ਅੱਗੇ ਅਰਦਾਸ ਕਰਨੀ ਕਰ ਦਿਆਂਗਾ। ਚਲੋ ਉਹ ਬਰਕਤ ਵਾਲੇ ਸਨ, ਗੁਰੂ ਨੇ ਸੁਣ ਲਈ। ਉਸ ਜਗਿਆਸੂ ਦਾ ਜਿਹੜਾ ਦੁੱਖ ਸੀ ਘਟ ਗਿਆ, ਠੀਕ ਹੋ ਗਿਆ। ਉਹਨਾਂ ਨੇ ਦਿਖਾਇਆ ਨਹੀਂ, ਬਰਕਤਾਂ ਬੜੀਆਂ ਸਨ ਭਾਈ ਵੀਰ ਸਿੰਘ ਹੋਰਾਂ 'ਚ। ਤੁਸੀਂ ਵੇਖੋਗੇ ਵੀ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਖੁਦ ਉਹਨਾਂ ਨੂੰ ਮਿਲਣ ਜਾਇਆ ਕਰਦੇ ਸਨ, ਆਪ ਉਹਨਾਂ ਦੇ ਘਰ ਮਿਲ ਕੇ ਆਉਂਦੇ ਸਨ। ਛੋਟੀ ਹਸਤੀ ਨਹੀਂ ਸੀ ਭਾਈ ਵੀਰ ਸਿੰਘ, ਕੋਈ ਕਵੀ ਨਹੀਂ ਸਨ ਇਕੱਲੇ, ਆਪ ਮਿਲਣ ਜਾਇਆ ਕਰਦੇ ਸਨ। ਤੇ ਇੱਕ ਵਾਰੀ ਬਿਮਾਰ ਬਹੁਤੇ ਭਾਈ ਵੀਰ ਸਿੰਘ ਜੀ ਤੇ ਸੰਤ ਬਾਬਾ ਹਰਨਾਮ ਸਿੰਘ ਜੀ, ਜਿਨ੍ਹਾਂ ਦੀਆਂ ਬਰਕਤਾਂ ਤੁਸੀਂ ਪੜ੍ਹੀਆਂ ਸੁਣੀਆਂ ਹੋਣਗੀਆਂ, ਬਈ ਕਿੱਥੋਂ ਤੱਕ ਹੱਥ ਪੈਂਦਾ ਸੀ ਉਹਨਾਂ ਦਾ। ਉਹ ਮਿਲਣ ਚਲੇ ਗਏ ਤੇ ਡਾਕਟਰ ਨੇ ਰੋਕਿਆ ਸੀ, ਮਿਲਣਾ ਕਿਸੇ ਨਹੀਂ। ਸੇਵਾਦਾਰ ਬਾਹਰ ਬੈਠਾ ਸੀ, ਬਾਬਾ ਹਰਨਾਮ ਸਿੰਘ ਜੀ ਗਏ, ਕਿਉਂਕਿ ਸਾਧੂ ਸੁਭਾਅ ਵਿੱਚ ਰਹਿੰਦੇ ਸਨ। ਉਹਨਾਂ ਨੇ ਕਿਹਾ ਵੀ ਮੈਂ ਭਾਈ ਸਾਹਿਬ ਨੂੰ ਮਿਲਣ ਆਇਆ, ਕਿਉਂਕਿ ਜਿਹੜੇ ਬਾਬਾ ਹਰਨਾਮ ਸਿੰਘ ਜੀ ਸਨ ਰਾਮਪੁਰ ਖੇੜੇ ਵਾਲੇ, ਉਹ ਰੋਜ਼ ਸ਼ਾਮ ਨੂੰ ਭਾਈ ਵੀਰ ਸਿੰਘ ਜੀ ਦੇ ਲਿਖੇ ਹੋਏ ਜਿਹੜੇ ਚਮਤਕਾਰ ਨੇ, ਗੁਰੂ ਨਾਨਕ ਚਮਤਕਾਰ ਤੇ ਗੁਰੂ ਕਲਗੀਧਰ ਚਮਤਕਾਰ, ਇੱਕ ਸਿੱਖ ਨੂੰ ਕੋਲ ਬਿਠਾ ਕੇ ਰੋਜ਼ ਇੱਕ ਅਧਿਆਇ ਉਹਦਾ ਸੁਣਿਆ ਕਰਦੇ ਸਨ। ਉਹਦੇ ਵਿੱਚੋਂ ਦਰਸ਼ਨ ਹੁੰਦੇ ਨੇ ਗੁਰੂ ਦੇ। ਇਸ ਲਈ ਮੈਂ ਸਮਝਦਾ ਵਾਂ, ਜੇ ਕਿਸੇ ਸਿੱਖ ਨੇ ਸਿੱਖੀ ਕਮਾਉਣੀ ਤੇ ਸਮਝਣੀ ਹੈ, ਉਹ ਭਾਈ ਵੀਰ ਸਿੰਘ ਦੇ 2 ਗ੍ਰੰਥ ਜ਼ਰੂਰ ਪੜ੍ਹੇ, ਗੁਰੂ ਨਾਨਕ ਚਮਤਕਾਰ ਤੇ ਗੁਰੂ ਕਲਗੀਧਰ ਚਮਤਕਾਰ। ਪਤਾ ਲੱਗ ਜਾਏਗਾ ਸਿੱਖੀ ਕੀ ਹੈ। ਤਾਂ ਉਹ ਮਿਲਣ ਵਾਸਤੇ ਗਏ, ਸੇਵਾਦਾਰ ਬਾਹਰ ਸੀ ਤੇ ਭਾਈ ਵੀਰ ਸਿੰਘ ਹੋਰੀ ਅੰਦਰ ਸਨ। ਤੇ ਸੇਵਾਦਾਰ ਨੇ ਕਿਹਾ ਵੀ ਡਾਕਟਰ ਨੇ ਰੋਕਿਆ, ਮਿਲਣਾ ਨਹੀਂ, ਸਿਹਤ ਠੀਕ ਨਹੀਂ ਹੈ। ਵੇਖੋ ਸੰਤ ਸਨ, ਉਹਨਾਂ ਇਹ ਨਹੀਂ ਕਿਹਾ ਵੀ ਉਹਨੂੰ ਅੰਦਰ ਜਾ ਕੇ ਉਹਨੂੰ ਕਹੋ ਵੀ ਬਾਹਰ ਇੱਕ ਸੰਤ ਆਇਆ ਤੇ ਦਰਵਾਜ਼ਾ ਨਹੀਂ ਤੋੜਿਆ। ਕਈ ਵਾਰੀ ਆਪਾਂ ਤੇ ਤੋੜਦੇ ਨੇ, ਅਗਲੇ ਦੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਦਿੰਦੇ ਹਾਂ। ਕਹਿੰਦੇ ਕੋਈ ਗੱਲ ਨਹੀਂ, ਸੇਵਾਦਾਰ ਨੂੰ ਕਹਿੰਦੇ ਤੂੰ ਕਹੀਂ ਨਾ ਉਹਨਾਂ ਨੂੰ। ਉੱਥੇ ਬੈਠ ਗਏ, ਚੌਂਕੜਾ ਮਾਰ ਲਿਆ ਤੇ ਕਹਿੰਦੇ ਭਾਈ ਸਾਹਿਬ ਵਾਸਤੇ, ਭਾਈ ਵੀਰ ਸਿੰਘ ਜੀ ਵਾਸਤੇ ਬਾਬਾ ਹਰਨਾਮ ਸਿੰਘ ਜੀ ਚੌਪਈ ਸਾਹਿਬ ਦਾ ਪਾਠ ਕਰਨ ਲੱਗ ਪਏ, ਉਹਨਾਂ ਦੀ ਚੜ੍ਹਦੀ ਕਲਾ ਲਈ। ਚੌਪਈ ਸਾਹਿਬ ਦਾ ਇੱਕ ਪਾਠ ਕੀਤਾ, ਅਰਦਾਸ ਕੀਤੀ, ਮਹਾਰਾਜ ਤੁਹਾਡੀ ਕੌਮ ਵਿੱਚ ਇਸ ਤਰ੍ਹਾਂ ਦੇ ਗੁਰਮੁਖ ਲਿਖਾਰੀ ਬੜੇ ਘੱਟ ਨੇ, ਲਿਖਣ ਵਾਲਿਆਂ ਦੀ ਤੇ ਕੋਈ ਕਮੀ ਨਹੀਂ, ਕਿਰਪਾ ਕਰਨੀ। ਇਹ ਅਰਦਾਸ ਕਰਕੇ ਉੱਠ ਕੇ ਤੁਰਨ ਲੱਗੇ ਸਨ ਤੇ ਅੰਦਰੋਂ ਬੈਲ ਲੱਗੀ ਹੋਈ ਸੀ, ਬਾਹਰ ਬੈਲ ਖੜਕ ਗਈ। ਭਾਈ ਵੀਰ ਸਿੰਘ ਹੋਰਾਂ ਨੇ ਬੈਲ ਖੜਕਾ ਦਿੱਤੀ। ਸੇਵਾਦਾਰ ਅੰਦਰ ਗਿਆ ਤੇ ਭਾਈ ਸਾਹਿਬ ਬੈੱਡ ਤੇ ਆਰਾਮ ਕਰ ਰਹੇ ਸਨ। ਕਹਿਣ ਲੱਗੇ ਬਾਬਾ ਜੀ ਨੂੰ ਅੰਦਰ ਲੈ ਕੇ ਆਓ, ਮਿਲਣਾ ਹੈ। ਅੰਦਰੋਂ ਆਵਾਜ਼ ਦੇ ਕੇ ਸੱਦਿਆ, ਮਿਲੇ ਬੜੇ ਪਿਆਰ ਨਾਲ। ਇਹ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਉਹਨਾਂ ਦਾ ਨਿੱਜੀ ਪਿਆਰ ਉਹਨਾਂ ਨੇ ਲਿਖਿਆ ਆਪਣੀ ਜ਼ਿੰਦਗੀ ਦੇ ਵਿੱਚ, ਔਰ ਕਲਗੀਆਂ ਵਾਲੇ ਦੇ ਨਾਲ ਕਿੰਨਾ ਡੂੰਘਾ ਨਾਤਾ ਤੇ ਪਿਆਰ ਸੀ। ਔਰ ਅੱਜ ਦਾ ਵਿਸ਼ਾ ਜੋ ਸਮਾਂ ਹੁਣ ਥੋੜ੍ਹਾ ਮੈਂ ਉਹਨੂੰ ਕਹਿਣ ਦਾ ਯਤਨ ਕਰਾਂ, ਜਿਹੜਾ ਇਸ ਚੱਕਰ ਦੇ ਵਿੱਚ 2 ਚੱਕਰ ਸਰੀਰ ਦੇ ਹਨ,
ਉਹਨਾਂ ਵਿੱਚ ਇੱਕ ਹੈ ਸਤਨਾਮ ਦਾ ਚੱਕਰ, ਇੱਕ ਹੈ ਮਾਇਆ ਦਾ ਚੱਕਰ। ਉਹਨਾਂ ਨੂੰ ਗੁਰੂ ਸਾਹਿਬ ਕਹਿ ਰਹੇ ਨੇ ਚੱਤਰ ਚੱਕਰ ਵਰਤੀ। ਇਹ ਦੋਵੇਂ ਚੱਕਰ ਮਨੁੱਖ ਦੇ ਜੀਵਨ ਵਿੱਚ ਚੌਹਾਂ ਪਾਸੇ ਘੁੰਮ ਰਹੇ ਨੇ। ਸਿੱਖ ਨੂੰ ਗੁਰੂ ਨੇ ਜਾਚ ਸਿਖਾਉਣੀ ਵੀ ਤੂੰ ਕਿਵੇਂ ਇਹਨਾਂ ਚੱਕਰਾਂ ਵਿੱਚ ਪੈਣਾ ਤੇ ਕਿਵੇਂ ਨਿਕਲਣਾ। ਮੈਂ ਭਾਈ ਵੀਰ ਸਿੰਘ ਦੀ ਗੱਲ ਕਰਦਾ ਵਿੱਚੇ ਰਹਿ ਗਿਆ, ਮੈਂ ਕਹਿ ਦਿਆਂ ਭਾਈ ਵੀਰ ਸਿੰਘ ਕੋਲ ਇੱਕ ਸਿੱਖ ਆਉਂਦਾ ਸੀ ਜਿਹਦਾ ਦੁੱਖ ਬਹੁਤ ਵੱਡਾ ਸੀ, ਤੇ ਉਹਨਾਂ ਨੇ ਅਰਦਾਸ ਕੀਤੀ, ਉਹਦਾ ਦੁੱਖ ਹਟ ਗਿਆ। ਪਰ ਜਿੰਨਾ ਕਰਮਾਂ ਕਰਕੇ ਉਹਨੂੰ ਦੁੱਖ ਲੱਗਾ ਸੀ ਉਹ ਫਿਰ ਕਰਨ ਲੱਗ ਪਿਆ। ਇੱਕ ਦਿਨ ਆਇਆ ਤੇ ਭਾਈ ਸਾਹਿਬ ਵੀਰ ਸਿੰਘ ਹੋਰਾਂ ਨੇ ਕਿਹਾ, ਕਹਿਣ ਲੱਗੇ ਤੁਸਾਂ ਧੋਬੀ ਰੱਖਿਆ ਹੋਇਆ? ਧੋਬੀ ਯਾਨੀ ਕੱਪੜੇ ਧੋਣ ਵਾਲਾ। ਕਹਿਣ ਲੱਗਾ ਹਾਂ ਰੱਖਿਆ। ਕਹਿੰਦਾ ਉਹਦੇ ਉੱਤੇ ਤਰਸ ਕਰਦੇ ਹੋ ਧੋਬੀ ਤੇ? ਕਹਿੰਦਾ ਮੈਂ ਸਮਝਿਆ ਨਹੀਂ। ਜਿਹੜਾ ਮਨੁੱਖ ਪਹਿਲਾਂ ਦੁਖੀ ਸੀ ਫਿਰ ਉਹ ਪਾਪ ਕਰਨ ਲੱਗ ਪਿਆ। ਭਾਈ ਵੀਰ ਸਿੰਘ ਉਹਨੂੰ ਕਹਿੰਦੇ ਵੀ ਜਿਹੜਾ ਧੋਬੀ ਤੁਸੀਂ ਕੱਪੜੇ ਧੋਣ ਲਈ ਰੱਖਿਆ ਉਹਦੇ ਉੱਤੇ ਤਰਸ ਕਰਦੇ ਹੋ? ਕਹਿਣ ਲੱਗੇ ਮੈਂ ਸਮਝਿਆ ਨਹੀਂ ਤਰਸ ਦੇ ਕੀ ਅਰਥ ਨੇ। ਕਹਿੰਦੇ ਤਰਸ ਦਾ ਮਤਲਬ ਇਹ ਵੇ ਵੀ ਕੱਪੜੇ ਤਾਂ ਉਹਨੂੰ ਦੇਣੇ ਨੇ ਧੋਣ ਵਾਲੇ, ਪਰ ਇਹ ਤਾਂ ਤਰਸ ਕਰਦੇ ਹੋ ਵੀ ਦਾਗ ਲਾ ਕੇ ਨਾ ਦਈਏ, ਵੀ ਦਾਗਾਂ ਨੂੰ ਲਾਉਣ ਤੇ ਬੜਾ ਟਾਈਮ ਲੱਗਦਾ। ਕਹਿਣ ਲੱਗਾ ਹਾਂ ਯਤਨ ਕਰੀਦਾ ਵੀ ਦਾਗੀ ਨਾ ਹੋਣ ਕੱਪੜੇ, ਚਲੋ ਧੋਣੇ ਤਾਂ ਪੈਂਦੇ। ਕਹਿਣ ਲੱਗੇ ਸੱਜਣਾ ਜਿਸ ਗੁਰੂ ਨੂੰ ਤੂੰ ਕਿਹਾ ਸੀ ਨਾ ਵੀ ਮੇਰਾ ਦੁੱਖ ਹਟ ਜਾਏ, ਉਹ ਵੀ ਦੁੱਖ ਤੇਰੇ ਕੀਤੇ ਹੋਏ ਕਰਮਾਂ ਦੇ ਦਾਗਾਂ ਦਾ ਸੀ। ਗੁਰੂ ਨਾਨਕ ਨੇ ਇੱਕ ਵਾਰੀ ਤੇਰੇ ਦਾਗ ਧੋਤੇ ਨੇ, ਹੁਣ ਪਰਤ ਕੇ ਨਾ ਲਾਇਆ ਕਰ, ਰੋਜ਼ ਰੋਜ਼ ਨਾ ਲਾਇਆ ਕਰ। ਗੁਰੂ ਨਾਨਕ ਦਾ ਕੰਮ ਵੱਧ ਜਾਂਦਾ, ਉਹਨੇ ਹੋਰ ਵੀ ਬੜਾ ਕੁਝ ਕਰਨਾ ਹੈ। ਜੇ ਗੁਰੂ ਤੇਰੇ ਦੁੱਖ ਘਟਾਉਂਦਾ ਹੈ ਤੇ ਤੂੰ ਪਰਤ ਪਰਤ ਕੇ ਕੱਪੜੇ ਦਾਗੀ ਕਰਕੇ ਗੁਰੂ ਨੂੰ ਨਾ ਦੇ, ਉਹਦਾ ਕੰਮ ਘਟਣ ਦੇ, ਉਹਨੂੰ ਹੋਰ ਕੰਮ ਬੜਾ ਸਿੱਖਾਂ ਨਾਲ। ਇਸ ਕਰਕੇ ਅਸੀਂ ਯਤਨ ਜਿਹੜਾ ਗੁਰੂ ਸਾਹਿਬ ਨੇ ਕਿਹਾ ਵੀ ਪਾਪ ਕੋਈ ਸ਼ੱਕ ਨਹੀਂ ਗੁਰੂ ਧੋਂਦਾ, ਪਰ ਇਹਦੇ ਅਰਥ ਇਹ ਨੇ ਵੀ ਤੁਸੀਂ ਹੋਰ ਪਾਪ ਕਰੋ। ਤਾਂ ਦੋ ਚੱਕਰ ਚੱਤਰ ਚੱਕਰ ਵਰਤੀ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਮਨੁੱਖ ਦੇ ਜੀਵਨ ਵਿੱਚ ਦੋ ਚੱਕਰ ਨੇ, ਉਹ ਉਹਦੇ ਚੌਹਾਂ ਪਾਸੇ ਘੁੰਮ ਰਹੇ ਨੇ। ਸਿੱਖ ਨੇ ਸ਼ਬਦ ਦੇ ਅਭਿਆਸ ਦੁਆਰਾ ਸਿੱਖਣਾ ਹੈ ਵੀ ਮਾਇਆ ਦੇ ਚੱਕਰ ਵਿੱਚ ਕਿਵੇਂ ਵੜਨਾ ਹੈ ਤੇ ਉਹਦੇ ਵਿੱਚੋਂ ਨਿਕਲ ਕੇ ਕਿਵੇਂ ਸਤਨਾਮ ਦੇ ਚੱਕਰ ਵਿੱਚ ਪੈਣਾ ਹੈ। ਕਲਯੁਗ ਬਾਬੇ ਤਾਰਿਆ ਸਤਨਾਮ ਦਾ ਚੱਕਰ ਫਿਰਾਇਆ, ਚੱਤਰ ਚੱਕਰ ਵਰਤੀ। ਚੌਹਾਂ ਪਾਸੇ ਇਹ ਚੱਕਰ ਚੱਲ ਰਹੇ ਨੇ। ਫਿਰ ਕਹਿੰਦੇ ਚੱਤਰ ਚੱਕਰ ਭੁਗਤੇ। ਗੁਰਸਿੱਖ ਇਹਨਾਂ ਦੋਵਾਂ ਚੱਕਰਾਂ ਦਾ ਭੋਗੀ ਹੈ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ। ਜਦੋਂ ਤੇ ਉਹ ਮਾਇਆ ਦੇ ਸਰੀਰ ਦੇ ਚੱਕਰ ਵਿੱਚ ਆਉਂਦਾ ਤੇ ਸਰੀਰ ਦੀ ਲੋੜ ਅਨੁਸਾਰ ਭੁਗਤ ਪ੍ਰਾਪਤ ਕਰ ਲੈਂਦਾ, ਯੋਗ ਕਰਮ ਕਰਦਾ। ਤੇ ਜਦੋਂ ਇਹਨਾਂ ਸਰੀਰ ਦੇ ਮਾਇਆ ਦੇ ਚੱਕਰ ਵਿੱਚੋਂ ਨਿਕਲ ਕੇ ਦੂਜੇ ਪਾਸੇ ਨਾਮ ਦੇ ਚੱਕਰ ਵਿੱਚ ਪੈਂਦਾ ਹੈ, ਉੱਥੇ ਤੇ ਉਹ ਮਹਾਂ ਭੋਗੀ ਹੈ, ਉੱਥੇ ਤੇ ਉਹ ਭੋਗੀ ਹੀ ਜਾਂਦਾ ਹੈ। ਹਰ ਨਾਮ ਹਰ ਰਸ ਭੋਗੋ। ਹਰ ਚੱਤਰ ਚੱਕਰ ਭੁਗਤੇ ਦਾ ਅਰਥ ਹੈ ਭੋਗਣਾ। ਫਿਰ ਕਹਿੰਦੇ ਸ਼ੁਭਮ ਭਵ ਸ਼ੁਭੰ। ਇਹ ਬੜੇ ਪਿਆਰੇ ਸ਼ਬਦ ਨੇ, ਇਹਨਾਂ ਨੂੰ ਇਸ ਤਰ੍ਹਾਂ ਪੜ੍ਹਨਾ। ਸ਼ੁਭਮ ਭਵ, ਇਹ ਉਚਾਰਨ ਔਖਾ ਥੋੜ੍ਹਾ ਜਿਹਾ। ਸਵਮ ਦਾ ਅਰਥ ਹੈ ਆਪਣੇ ਆਪ ਤੋਂ, ਸਵਮ ਭਵ। ਉਹਦਾ ਜਿਹੜਾ ਭਵ ਹੈ, ਭਵ ਦਾ ਅਰਥ ਹੈ ਉਹਦਾ ਜਿਹੜਾ ਪਿਆਰ ਹੈ, ਉਹ ਆਪਣੇ ਆਪ ਹੀ ਆਪਣੇ ਆਪ ਤੋਂ ਪੈਦਾ ਹੋਇਆ, ਸੁੱਤੇ ਸਿੱਧ। ਸੋਮ ਭਵ ਸ਼ੁਭੰ, ਸ਼ੁਭੰਗ ਦਾ ਅਰਥ ਹੈ ਸ਼ੁਭ ਚੰਗਾ। ਸਰਬ ਦਾ ਸਰਬ ਜੁਗਤੇ, ਸਰਬ ਦਾ ਅਰਥ ਹੈ ਸਾਰਿਆਂ ਦੇ ਵਿੱਚ। ਫਿਰ ਕਹਿੰਦੇ ਸਰਬ ਜੁਗਤੇ, ਸਾਰਿਆਂ ਦੇ ਨਾਲ ਉਹ ਜੁਗਤ ਦੁਆਰਾ ਜੁੜਿਆ ਹੋਇਆ ਹੈ। ਜੁਗਤੇ ਦਾ ਅਰਥ ਹੈ ਜੁੜਿਆ ਹੋਇਆ, ਸਾਰਿਆਂ ਦੇ ਅੰਦਰ ਜੋੜ ਬਣਾ ਕੇ ਬੈਠਾ। ਫਿਰ ਅਗਲਾ ਹਿੱਸਾ ਕਹਿੰਦੇ ਦੁਕਾਲੰ ਪਰਨਾਸੀ ਦਇਆਲੰ ਸਰੂਪੇ। ਅਕਾਲ ਪੁਰਖ ਵਾਹਿਗੁਰੂ ਦਾ ਸੁਭਾਅ ਬੜਾ ਦਿਆਲੂ ਹੈ। ਉਹ ਕੀ ਕਰਦਾ ਹੈ? ਉਹ ਆਪਣੇ ਪਿਆਰੇ ਦੇ ਦੁਕਾਲੰ ਪਰਨਾਸੀ। ਦੁਕਾਲੰਗ ਦਾ ਅਰਥ ਹੈ ਦੋ ਕਾਲ।
ਦੋ ਲੋਕ, ਉਹਦੇ ਦੋਵਾਂ ਲੋਕਾਂ ਦੇ ਦੁੱਖਾਂ ਨੂੰ ਪਰਨਾਸੀ ਦਾ ਅਰਥ ਖਤਮ ਕਰ ਦਿੰਦਾ ਹੈ। ਜਿਹੜਾ ਉਹਦੀ ਸ਼ਰਨ ਵਿੱਚ ਪੈਂਦਾ ਹੈ, ਉਹਦੇ ਦੁਕਾਲੰਗ, ਜਿਹੜਾ ਦੋ ਕਾਲੰਗ ਮੈਂ ਕਿਹਾ ਨਾ ਸ਼ੁਰੂ ਵਿੱਚ ਵੀ ਇਸ ਛੰਦ ਦੇ ਵਿੱਚ ਗੁਰੂ ਸਾਹਿਬ ਨੇ ਦੋ ਚੱਕਰਾਂ ਦੀ ਗੱਲ ਕੀਤੀ ਵੀ ਉਹ ਚੌਹਾਂ ਪਾਸੇ ਘੁੰਮ ਰਹੇ ਨੇ। ਉਹਦਾ ਇੱਥੇ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਦੋ ਕਾਲੰਗ, ਦੋ ਚੱਕਰ, ਇੱਕ ਕਾਲ ਦਾ ਚੱਕਰ, ਇੱਕ ਅਕਾਲ ਦਾ ਚੱਕਰ, ਇੱਕ ਮਾਇਆ ਦਾ ਚੱਕਰ, ਇੱਕ ਸ਼ਬਦ ਦਾ ਚੱਕਰ। ਉਹਨਾਂ ਦੋਵਾਂ ਦੇ ਆਪਣੀਆਂ ਆਪਣੀਆਂ ਰੁਕਾਵਟਾਂ ਨੇ। ਬਈ ਇੱਧਰ ਸਰੀਰ ਵਿੱਚ ਆਉਂਦੇ ਆ, ਸਰੀਰ ਦੀਆਂ ਰੁਕਾਵਟਾਂ ਨੇ, ਸਰੀਰ ਨੂੰ ਰੋਗ ਲੱਗ ਜਾਏ, ਮਨ ਨੂੰ ਰੋਗ ਲੱਗ ਜਾਏ, ਮਾਇਆ ਨਾ ਮਿਲੇ ਸਿੱਖ ਨੂੰ, ਲੋੜ ਪੂਰੀ ਨਾ ਹੋਵੇ। ਇੱਧਰ ਦੇ ਜਿਹੜੇ ਦੁੱਖ ਨੇ ਆਪਣੇ ਪਿਆਰੇ ਦੇ ਗੁਰੂ, ਉਹ ਵੀ ਪਰਮਾਤਮਾ ਉਹਨਾਂ ਨੂੰ ਵੀ ਪਰਨਾਸੀ ਦਾ ਅਰਥ ਉਹਦੀਆਂ ਰੁਕਾਵਟਾਂ ਨੂੰ ਹਟਾ ਦਿੰਦਾ ਹੈ। ਤੇ ਦੂਸਰਾ ਜਿਹੜਾ ਰਾਹ ਹੈ ਨਾ ਅਕਾਲ ਦਾ, ਉਹਦੇ ਵਿੱਚ ਵੀ ਰੁਕਾਵਟਾਂ ਆਉਂਦੀਆਂ ਨੇ। ਜਦੋਂ ਕੋਈ ਤੁਰੇਗਾ ਪਰਮਾਰਥ ਦੇ ਰਾਹ 'ਤੇ ਰੁਕਾਵਟਾਂ ਆਉਣਗੀਆਂ, ਤੁਰਿਆ ਨਹੀਂ ਜਾਏਗਾ। ਉਹਨਾਂ ਦੀ ਜਿਹੜੀਆਂ ਉੱਧਰ ਰੁਕਾਵਟਾਂ ਨੇ ਉਹਨਾਂ ਨੂੰ ਵੀ ਕਹਿੰਦੇ ਪਰਨਾਸੀ, ਅਕਾਲ ਪੁਰਖ ਆਪੇ ਹੀ ਖਤਮ ਕਰ ਦਿੰਦਾ ਹੈ। ਇਸ ਕਰਕੇ ਉਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਦੁਕਾਲੰਗ ਪਰਨਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ। ਜਦੋਂ ਕੋਈ ਉਹਨੂੰ ਪਿਆਰ ਕਰੇ, ਇੱਕ ਦਿਨ ਇਹ ਘਟਨਾ ਵਾਪਰਦੀ ਹੈ ਕਿ ਉਹਦੇ ਪਿਆਰ ਕਰਨ ਵਾਲੇ ਜਗਿਆਸੂ ਨੂੰ ਝਾਉਣਾ ਪੈਂਦਾ ਵੀ ਉਹ ਮੇਰੇ ਨਾਲ ਹੈ, ਕਿਤੇ ਮੇਰੇ ਨਾਲ ਵਰਤ ਰਿਹਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਜੋ ਅਸੀਮ ਨੇ ਚੌਹਾਂ ਪਾਸੇ ਘਟਨੀਆਂ ਸ਼ੁਰੂ ਹੋ ਗਈਆਂ। ਕਿੱਥੋਂ ਪਤਾ ਲੱਗੇਗਾ ਵੀ ਉਹ ਨਾਲ ਹੈ? ਉਹਨੇ ਬਾਂਹ ਥੋੜ੍ਹੀ ਫੜਨੀ ਆ ਕੇ, ਕਿਵੇਂ ਸਮਝ ਆਏਗੀ? ਇਸ ਤਰ੍ਹਾਂ ਦਾ ਵਾਪਰੇਗਾ ਆਲੇ ਦੁਆਲੇ ਜੋ ਸਮਝ ਤੋਂ ਬਾਹਰ ਜਾ ਰਿਹਾ ਹੈ, ਜੋ ਸਮਝ ਵਿੱਚ ਨਹੀਂ ਆਉਂਦਾ ਕਿਵੇਂ ਹੋ ਗਿਆ, ਇਹ ਕਿਵੇਂ ਵਾਪਰਿਆ। ਉਹਨੂੰ ਕਹਿੰਦੇ ਅੰਗ ਸੰਗ ਰਹਿਣਾ। ਜਿਵੇਂ ਬਾਣੀ ਵਿੱਚ ਹਜ਼ੂਰ ਨੇ ਕਿਹਾ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਸਦਾ ਅੰਗ ਸੰਗੇ ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਸਦਾ ਅੰਗ ਸੰਗੇ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਸਦਾ ਅੰਗ ਸੰਗੇ। ਉਹ ਬਿਲਕੁਲ ਨੇੜੇ ਦਿਸਣ ਲੱਗ ਪੈਂਦਾ ਹੈ। ਉਹਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਉਹਨੂੰ ਇਹ ਤਜਰਬਾ ਹੋ ਜਾਂਦਾ ਕਿ ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਸਦਾ ਅੰਗ ਸੰਗੇ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਸਦਾ ਅੰਗ ਸੰਗੇ। ਜਿਹਨੂੰ ਸਹਿਬ ਕਹਿੰਦੇ ਆਪਣੇ ਚਰਨ ਜਪਾਏ ਉਨ, ਵਿੱਚ ਦਇ ਖੜੋਵਾ, ਵਿੱਚ ਆ ਕੇ ਖਲੋ ਗਿਆ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਿਰ ਤੇ ਹੱਥ ਰੱਖਿਆ। ਜਿਹਨੂੰ ਹਜ਼ੂਰ ਕਹਿੰਦੇ ਚਤੁਰ ਦਸ਼ਾ ਕੀਨੋਂ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋਂ, ਦਾਸ ਕਾ ਦੁਖ ਬਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ, ਸਦਾ ਅੰਗ ਸੰਗੇ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੈ। ਤੁਸੀਂ ਬਾਹਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਹੁਕਮ ਪੜ੍ਹਿਆ,
ਉਹਦੇ ਵਿੱਚ ਟੋਡੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ, ਕਹਿੰਦੇ ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ, ਜਾਂ ਕੋ ਪਾਖ ਸੁਆਮੀ। ਪਾਖ ਦਾ ਅਰਥ ਹੈ ਪੱਖ ਲੈਣਾ। ਜਿਨ੍ਹਾਂ ਦਾ ਪੱਖ ਉਹਨੇ ਲੈ ਲਿਆ ਨਾ, ਜਿਨ੍ਹਾਂ ਦੇ ਨਾਲ ਖਲੋ ਗਿਆ, ਉਹ ਫਿਰ ਕਹਿੰਦੇ ਸੰਤਨ ਅਵਰ ਨਾ ਕਾਹੂ ਜਾਨੀ। ਉਹਨਾਂ ਨੇ ਕਿਸੇ ਦੀ ਕਦੀ ਪਰਵਾਹ ਨਹੀਂ ਕੀਤੀ, ਬੇਪਰਵਾਹ ਹੋ ਗਏ, ਨਾਲ ਖੜਾ ਹੈ। ਪਰ ਇਹ ਨਾਲ ਖੜਾ ਹੋਇਆ ਗੱਲਾਂ ਨਾਲ ਨਹੀਂ, ਇਹਨੂੰ ਗੁਰੂ ਸਾਹਿਬ ਨੇ ਇੱਕ ਬਚਨ ਕੀਤਾ, ਕਹਿੰਦੇ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਨ ਸਭ ਕੈ ਨਿਕਟ ਖੜਾ, ਸਦਾ ਅੰਗ ਸੰਗੇ। ਅੰਗਾਂ ਦੇ ਨਾਲ ਹੈ, ਮੇਰੇ ਅੰਗਾਂ ਦੇ ਕੋਲ ਖੜਾ, ਉਹਨਾਂ ਦਾ ਰਕਸ਼ਕ ਹੈ। ਫਿਰ ਕਹਿੰਦੇ ਅਭੰਗੰ ਬੇਭੂਤੇ, ਉਹਦੀ ਸ਼ਕਤੀ ਫਿਰ ਭੰਗਣ ਨਹੀਂ ਹੁੰਦੀ, ਖਤਮ ਨਹੀਂ ਹੁੰਦੀ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਇਸ ਮਹਾਨ ਬਾਣੀ ਦੀ ਵਿਆਖਿਆ ਸਮੇਂ ਸਮੇਂ ਸਿਰ ਆਪ ਸਿਰ ਤੇ ਹੱਥ ਰੱਖ ਕੇ ਕਰਵਾਈ। ਉਹ ਵੀ ਸਰੀਰ ਭਾਗਸ਼ਾਲੀ ਨੇ ਜਿਹੜੇ ਸਵੇਰੇ ਯਤਨ ਕਰਕੇ ਇਸ ਬਾਣੀ ਨੂੰ ਸਰਵਣ ਕਰਦੇ ਰਹੇ ਨੇ, ਉਹ ਵੀ ਬਹੁਤ ਮਹਾਨ ਨੇ। ਔਰ ਸਾਰਿਆਂ ਦੀ ਇਹ ਕਾਲਨਾ ਗੁਰੂ ਸਾਹਿਬ ਥਾਂ ਪਾਉਣ। ਅਗਲੀ ਬਾਣੀ ਹੈ ਤਉ ਪ੍ਰਸਾਦ ਸਵਈਏ, 10 ਸਵਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਚੌਪਈ ਸਾਹਿਬ। ਇਹਨਾਂ ਬਾਣੀਆਂ ਦੀ ਵਿਆਖਿਆ ਵੀ ਹੋਏਗੀ।